चलो सुनो, देखो जी नैक्सट अपना जो टॉपिक है और लास्ट टॉपिक है चैप्टर का पेज नंबर 385 ਦੇ ਉੱਤੇ ਆਪਣੇ ਕੋਲ ਲਾਸਟ ਟੌਪਿਕ ਜੋ ਆਪਾਂ ਅੱਜ ਡਿਸਕਸ ਕਰਨਾ ਹੈ ਚੈਪਟਰ ਦਾ ਕੰਜ਼ਿਊਮਰ ਪ੍ਰੋਟੈਕਸ਼ਨ। ਹਾਂ, ਰੋਲ ਆਫ ਕੰਜ਼ਿਊਮਰ ਆਰਗੇਨਾਈਜੇਸ਼ਨਸ ਐਂਡ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ। ਦੇਖੋ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਨੇ ਇਹ ਗੱਲ ਕੀਤੀ ਸੀ ਕਿ ਜਿਵੇਂ ਕਿ ਸਪੋਜ਼ ਕਰੋ ਅਗਰ ਆਪਾਂ ਕਹੀਏ ਵੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਤਹਿਤ ਕੰਜ਼ਿਊਮਰ ਜਿਹੜੇ ਨੇ ਉਹ ਅਨਆਰਗੇਨਾਈਜ਼ਡ ਨੇ, ਤਾਂ ਆਪਾਂ ਕਹਿੰਦੇ ਸੀ ਕਿ ਉਹਨਾਂ ਨੂੰ ਅਗਰ ਪ੍ਰੋਟੈਕਸ਼ਨ ਪ੍ਰੋਵਾਈਡ ਕਰਨੀ ਹੈ ਤਾਂ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਲਈ ਆਪਾਂ ਦੋ ਕੰਮ ਕਰ ਸਕਦੇ ਹਾਂ। ਜਾਂ ਤਾਂ ਸੇਮ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਗ੍ਰੀਵੀਐਂਸ ਮੈਕੈਨਿਜ਼ਮ ਸੈੱਲ ਜਾਂ ਗ੍ਰੀਵੀਐਂਸ ਸੈੱਲ ਜਿਹੜਾ ਹੈ ਆਰਗੇਨਾਈਜ਼ ਕਰੇ, ਤਾਂ ਕਿ ਕੀ ਹੈ ਅਗਰ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਹੀ ਇੱਕ ਬੋਡੀ ਇੱਕ ਸੈੱਲ ਬਣਿਆ ਹੋਇਆ ਹੋਊਗਾ ਤਾਂ ਕਸਟਮਰਸ ਦੀ ਕੰਪਲੇਂਟ ਨੂੰ ਈਜ਼ੀਲੀ ਹੈਂਡਲ ਕੀਤਾ ਜਾ ਸਕਦਾ ਹੈ। ਪਰ ਇਫ ਅਗਰ ਕਹਿੰਦੇ ਆਪਾਂ ਇਹ ਗੱਲ ਕਰੀਏ ਕਿ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਸਾਡੀ ਕੰਪਲੇਂਟ ਨੂੰ ਨਹੀਂ ਸੁਣ ਰਹੀ ਤਾਂ ਵਾਟ ਵੀ ਸ਼ੁੱਡ ਡੂ, ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਕਹਿੰਦੇ ਉਸ ਕੇਸ ਦੇ ਵਿੱਚ ਕਹਿੰਦੇ ਜਾਂ ਤਾਂ ਬਿਜ਼ਨਸ ਆਰਗੇਨਾਈਜੇਸ਼ਨ ਬਣਾ ਲਓ ਜਾਂ ਕਹਿੰਦੇ ਕੰਜ਼ਿਊਮਰ ਆਰਗੇਨਾਈਜੇਸ਼ਨ ਬਣਾ ਲਓ। ਬਿਜ਼ਨਸ ਆਰਗੇਨਾਈਜੇਸ਼ਨਸ ਦਾ ਕੀ ਮਤਲਬ ਹੁੰਦਾ ਹੈ ਕਿ ਬਹੁਤ ਸਾਰੇ ਬਿਜ਼ਨਸ ਆਰਗੇਨਾਈਜੇਸ਼ਨਸ ਮਿਲ ਕੇ ਆਪਣੇ ਉਸ ਬਿਜ਼ਨਸ ਆਰਗੇਨਾਈਜੇਸ਼ਨਸ ਦੇ ਜੋ ਵੀ ਬਿਜ਼ਨਸ ਆਰਗੇਨਾਈਜੇਸ਼ਨਸ ਉਸ ਪਰਟੀਕੂਲਰ ਸੈਕਟਰ ਨਾਲ ਰਿਲੇਟਡ ਹੁੰਦੀਆਂ ਉਹਨਾਂ ਨੂੰ ਉਹਨਾਂ ਦਾ ਵੀ ਇੱਕ ਰੂਲ ਬਣਾ ਦਿੱਤਾ ਜਾਂਦਾ ਹੈ ਵੀ ਆਪਾਂ ਕਿਸੇ ਵੀ ਕਸਟਮਰ ਦੇ ਨਾਲ ਐਕਸਪਲੋਇਟੇਸ਼ਨ ਨਹੀਂ ਕਰਨਾ। ਸਿਮਿਲਰਲੀ ਕੰਜ਼ਿਊਮਰਸ ਵੀ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਇੱਕ ਐਸੋਸੀਏਸ਼ਨ ਬਣਾ ਲੈਂਦੇ ਨੇ, ਇੱਕ ਬੋਡੀ ਬਣਾ ਲੈਂਦੇ ਨੇ, ਸਾਰੇ ਇਕੱਠੇ ਮਿਲ ਕੇ ਕੰਜ਼ਿਊਮਰਸ ਇੱਕ ਦੂਸਰੇ ਦੀ ਹੈਲਪ ਕਰਨ ਦੇ ਲਈ ਇਕੱਠੇ ਹੋ ਜਾਂਦੇ ਆ। ਜਿਵੇਂ ਆਪਾਂ ਕਹਿ ਦਈਏ ਵੀ ਇੱਕ ਪਰਸਨ ਇਕੱਲਾ ਖੜਾ ਹੈ, ਉਹਦੀ ਹੈਲਪ ਲਈ ਬਹੁਤ ਸਾਰੇ ਬੰਦੇ ਇਕੱਠੇ ਹੋ ਕੇ ਉਸ ਦੇ ਨਾਲ ਆ ਕੇ ਖੜ੍ਹਗੇ। ਉਹ ਜਦੋਂ ਬਹੁਤ ਸਾਰੇ ਬੰਦੇ ਜਿਹੜੇ ਨੇ ਉਹ ਕੀ ਹੈ ਇੱਕ ਗਰੁੱਪ ਹੈ, ਉਸ ਗਰੁੱਪ ਨੂੰ ਆਪਾਂ ਕੀ ਬੋਲਦੇ ਹਾਂ ਕੰਜ਼ਿਊਮਰ ਐਸੋਸੀਏਸ਼ਨ ਬੋਲਦੇ ਹਾਂ ਔਰ ਕੰਜ਼ਿਊਮਰ ਆਰਗੇਨਾਈਜੇਸ਼ਨ ਬੋਲਦੇ ਹਾਂ। ਠੀਕ ਹੈ, ਔਰ ਜ਼ਿਆਦਾਤਰ ਜਿਹੜੀਆਂ ਇਹ ਕੰਜ਼ਿਊਮਰ ਆਰਗੇਨਾਈਜੇਸ਼ਨਸ ਹੁੰਦੀਆਂ ਇਹ NGOs ਹੀ ਹੁੰਦੀਆਂ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਹੀ ਹੁੰਦੀਆਂ। ਔਰ ਜਿੰਨੇ ਵੀ ਆਪਾਂ ਕਹਿੰਦੇ ਹਾਂ ਸੇਵਾ ਵਾਲੇ ਗਰੁੱਪ ਬਣੇ ਹੋਏ ਹੁੰਦੇ ਉਹ ਸਾਰੇ NGOs ਹੀ ਹੁੰਦੀਆਂ। ਠੀਕ ਹੈ, NGOs ਮਤਲਬ ਜਿਨ੍ਹਾਂ ਦਾ ਕੰਮ ਕੀ ਹੁੰਦਾ ਹੈ ਕਿਸੇ ਪਰਸਨ ਦੀ ਹੈਲਪ ਕਰਨਾ, ਦੈਟ ਇਜ਼ ਕਾਲਡ ਦਾ NGOs। ਕਲੀਅਰ ਹੈ। ਹੁਣ ਬਾਈ ਚਾਂਸ ਪੇਪਰ ਦੇ ਵਿੱਚ ਨਾ ਕਈ ਵਾਰ ਇਹ ਕੁਐਸਚਨ ਆਇਆ ਵੀ ਨੇਮ ਐਨੀ 2 ਕੰਜ਼ਿਊਮਰ ਆਰਗੇਨਾਈਜੇਸ਼ਨਸ। ਤਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਨੋਟ ਡਾਊਨ ਕਰਦੇ ਆਪਾਂ ਕਿ ਦੇयर ਆਰ 500 ਅਰਾਊਂਡ 500 ਕੰਜ਼ਿਊਮਰ ਆਰਗੇਨਾਈਜੇਸ਼ਨਸ ਇਨ ਇੰਡੀਆ। ਇੰਡੀਆ ਦੇ ਵਿੱਚ ਕਹਿੰਦੇ 500 ਤੋਂ ਜ਼ਿਆਦਾ ਕੰਜ਼ਿਊਮਰ ਆਰਗੇਨਾਈਜੇਸ਼ਨਸ ਇੰਡੀਆ ਦੇ ਵਿੱਚ ਨੇ, ਜਿਹਦੇ ਵਿੱਚੋਂ ਕੁਛ ਦੇ ਨਾਮ ਆਪਾਂ ਨੂੰ ਗਿਵਨ ਹੈ। ਇਹਨਾਂ ਚੋਂ ਜਿਹੜੇ ਨਾਮ ਤੁਹਾਡੇ 5-7 ਯਾਦ ਹੋ ਗਏ ਕਰ ਲਿਓ, 4-5 ਯਾਦ ਹੋ ਗਏ ਕਰ ਲਿਓ, ਕਿਉਂਕਿ ਬਾਈ ਚਾਂਸ ਇੱਕ ਅੱਧੇ ਨੰਬਰ ਦਾ ਕੁਐਸਚਨ ਇਹ ਬਣਦਾ ਕਿ ਨੇਮ ਐਨੀ 2 ਨੇਮ ਐਨੀ 3 ਕੰਜ਼ਿਊਮਰ ਆਰਗੇਨਾਈਜੇਸ਼ਨਸ। ਤਾਂ ਪਹਿਲਾ ਜਿਵੇਂ ਕੰਜ਼ਿਊਮਰ ਗਾਈਡੈਂਸ ਸੁਸਾਇਟੀ ਆਫ ਇੰਡੀਆ ਮੁੰਬਈ, ਸਿਟੀਜ਼ਨ ਐਕਸ਼ਨ ਗਰੁੱਪ ਮੁੰਬਈ, ਕਾਮਨ ਕਾਜ਼ ਨਿਊ ਦਿੱਲੀ, कंज्यूमर्स एक्शन फोरम कोलकाता दिल्ली चेन्नई, कंज्यूमर्स फोरम उडुपी, उसके बाद सिटीजन्स फोरम हुबली। हुबली कितने है? हुबली कितने हुबली एक कोलकाता है, उधर वेस्ट बंगाल वाली साइड। ठीक है, वॉलंटरी ऑर्गेनाइजेशन इन इंटरेस्ट ऑफ कंज्यूमर एजुकेशन, वॉलंटरी ऑर्गेनाइजेशन इन इंटरेस्ट ऑफ कंज्यूमर एजुकेशन न्यू दिल्ली, बस बोलना नहीं। मुंबई गाहक पंचायत मुंबई, कंज्यूमर एजुकेशन एंड रिसर्च सेंटर अहमदाबाद एंड कंज्यूमर यूटिलिटी एंड ट्रस्ट सोसाइटी कट्स जयपुर। ਇਹ ਸਾਰੀਆਂ ਆਪਣੇ ਕੋਲ ਕੀ ਹੈ ਕੰਜ਼ਿਊਮਰ ਐਸੋਸੀਏਸ਼ਨਸ ਨੇ, ਕੰਜ਼ਿਊਮਰ ਆਰਗੇਨਾਈਜੇਸ਼ਨਸ ਨੇ। ਤਾਂ ਇਹਨਾਂ 12 ਦੇ ਵਿੱਚੋਂ ਤੁਸੀਂ ਕੋਈ ਵੀ 3-4 ਦੇ ਨਾਮ ਜਿਹੜੇ ਉਹ ਯਾਦ ਕਰ ਲੈਣੇ ਔਰ ਐਗਜ਼ਾਮ ਦੇ ਵਿੱਚ ਇੱਕ ਸ਼ਾਰਟ ਆਨਸਰ ਟਾਈਪ ਕੁਐਸਚਨ ਹੀ ਬਣਦਾ ਇਹਦੇ ਨਾਲ ਰਿਲੇਟਡ ਕਿ ਹਾਊ ਮੈਨੀ ਟਾਈਪਸ ਆਫ ਨੇਮ ਐਨੀ 2 ਜਾਂ 3 ਕੰਜ਼ਿਊਮਰ ਐਸੋਸੀਏਸ਼ਨਸ ਲਿਖੋ ਜਾਂ ਕੰਜ਼ਿਊਮਰ ਆਰਗੇਨਾਈਜੇਸ਼ਨਸ ਦੇ ਨਾਮ ਲਿਖੋ। ਤਾਂ ਤੁਸੀਂ ਇਹਨਾਂ ਦੇ ਜਿਹੜੇ ਨਾਮ ਨੇ ਉਹ ਪੇਪਰ ਦੇ ਵਿੱਚ ਲਿਖਦੇ ਨੇ। ਠੀਕ ਹੈ, ਉਸ ਤੋਂ ਨੈਕਸਟ ਮੇਨ ਜਿਹੜਾ ਕੁਐਸਚਨ ਬਣਦਾ ਪੇਪਰ 'ਚ ਕੇਸ ਸਟੱਡੀ ਬਣ ਕੇ ਆਉਂਦੀ ਹੈ ਉਹ ਹੈ ਕੰਜ਼ਿਊਮਰ ਆਰਗੇਨਾਈਜੇਸ਼ਨਸ ਦੇ ਫੰਕਸ਼ਨ ਕਿਹੜੇ-ਕਿਹੜੇ। ਠੀਕ ਹੈ, ਸਭ ਤੋਂ ਪਹਿਲਾ ਫੰਕਸ਼ਨ ਹੈ ਐਜੂਕੇਟਿੰਗ ਦਾ ਜਨਰਲ ਪਬਲਿਕ। ਕਹਿੰਦੇ ਜਨਰਲ ਪਬਲਿਕ ਜਿਹੜੀ ਹੈ ਉਹ ਕੀ ਹੈ ਆਪਣੇ ਰਾਈਟਸ ਪ੍ਰਤੀ ਅਨਅਵੇਅਰ ਹੈ। ਤਾਂ ਕੰਜ਼ਿਊਮਰ ਐਸੋਸੀਏਸ਼ਨਸ ਕੀ ਕਰਦੀਆਂ ਟਾਈਮ ਟੂ ਟਾਈਮ ਵਰਕਸ਼ਾਪਸ ਕੰਡਕਟ ਕਰਦੀਆਂ ਜਾਂ ਸੈਮੀਨਾਰ ਕੰਡਕਟ ਕਰਦੀਆਂ, ਕੰਜ਼ਿਊਮਰਸ ਨੂੰ ਇਕੱਠਾ ਕਰਦੀਆਂ। ਕੰਜ਼ਿਊਮਰਸ ਨੂੰ ਇਕੱਠਾ ਕਰਕੇ ਉਹਨਾਂ ਨੂੰ ਉਹਨਾਂ ਦੇ ਰਾਈਟਸ ਪ੍ਰਤੀ, ਉਹਨਾਂ ਦੀਆਂ ਰਿਸਪੌਂਸਿਬਿਲਿਟੀਜ਼ ਦੇ ਪ੍ਰਤੀ ਐਜੂਕੇਟ ਕੀਤਾ ਜਾਂਦਾ ਹੈ ਕਿ ਵਟ ਆਰ देयर ਰਾਈਟਸ। ਠੀਕ ਹੈ,
ਔਰ ਉਹਨਾਂ ਰਾਈਟਸ ਨੂੰ ਐਕਸਰਸਾਈਜ਼ ਕਿਵੇਂ ਕਰਨਾ ਹੈ ਇਹਦੇ ਪ੍ਰਤੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਠੀਕ ਹੈ, ਤਾਂ ਕਿ ਕੰਜ਼ਿਊਮਰ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਐਜੂਕੇਟ ਕਰਕੇ ਇੱਕ ਚੰਗਾ ਕੰਜ਼ਿਊਮਰ ਪ੍ਰੋਟੈਕਸ਼ਨ ਜਿਹੜਾ ਹੈ ਉਹ ਇੰਸ਼ੋਰ ਕਰ ਸਕਣ, ਤਾਂ ਕਿ ਬਿਜ਼ਨਸਮੈਨ ਕੰਜ਼ਿਊਮਰ ਦੀ ਐਕਸਪਲੋਇਟੇਸ਼ਨ ਨਾ ਕਰਨ। ਕਲੀਅਰ ਹੈ? ਫਸਟ ਪੁਆਇੰਟ ਕਲੀਅਰ ਹੋ ਗਿਆ। ਸੈਕੰਡ ਪੁਆਇੰਟ, ਪਬਲਿਸ਼ਿੰਗ ਪੀਰੀਓਡੀਕਲਸ। ਪੀਰੀਓਡੀਕਲਸ ਪਤਾ ਕੀ ਹੁੰਦਾ, ਜਿਵੇਂ ਨਿਊਜ਼ਪੇਪਰ ਦੇ ਵਿੱਚ ਆਰਟੀਕਲਸ ਵਗੈਰਾ ਨਹੀਂ ਹੁੰਦੇ ਹੈ ਨਾ, ਤਾਂ ਸਿਮਿਲਰਲੀ ਨਿਊਜ਼ਪੇਪਰਸ ਵਗੈਰਾ ਹੋ ਗਏ, ਮੈਗਜ਼ੀਨਸ ਹੋ ਗਏ, ਜਰਨਲਸ ਹੋ ਗਏ, ਇਹਨਾਂ ਜਰਨਲਸ ਵਗੈਰਾ ਦੇ ਵਿੱਚ, ਨਿਊਜ਼ਪੇਪਰਸ ਦੇ ਵਿੱਚ, ਮੈਗਜ਼ੀਨਸ ਦੇ ਵਿੱਚ ਇੱਕ ਨਾ ਸੈਪਰੇਟ ਆਰਟੀਕਲ ਦੇ ਤੌਰ ਤੇ ਇੱਕ ਪੀਰੀਓਡੀਕਲ ਛਾਪਿਆ ਜਾਂਦਾ ਹੈ। ਠੀਕ ਹੈ ਨਾ, ਜਿਵੇਂ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਜਿਹੜੇ ਜਰਨਲਸ ਹੁੰਦੀਆਂ, ਮੈਗਜ਼ੀਨਸ ਹੁੰਦੀਆਂ, ਉਹਦੇ ਵਿੱਚ ਇੱਕ ਆਰਟੀਕਲ ਛਾਪਿਆ ਜਾਂਦਾ ਹੈ ਔਰ ਆਰਟੀਕਲਸ ਦੇ ਥਰੂ ਕੰਜ਼ਿਊਮਰਸ ਨੂੰ ਐਜੂਕੇਟ ਕੀਤਾ ਜਾਂਦਾ ਹੈ। ਠੀਕ ਹੈ, ਅਬਾਊਟ देयर ਰਾਈਟਸ, ਉਹਨਾਂ ਨੂੰ ਦੱਸਿਆ ਜਾਂਦਾ ਹੈ ਉਹਨਾਂ ਪੀਰੀਓਡੀਕਲਸ ਦੇ ਥਰੂ। ਤਾਂ ਇਹ ਵੀ ਕੌਣ ਕਰਦਾ ਹੈ? ਕੰਜ਼ਿਊਮਰ ਆਰਗੇਨਾਈਜੇਸ਼ਨਸ ਕਰਦੇ। ਠੀਕ ਹੈ, ਫਿਰ ਉਸ ਤੋਂ ਨੈਕਸਟ ਕੈਰਿੰਗ ਆਊਟ ਕੰਪੈਰੀਟਿਵ ਟੈਸਟਿੰਗ। ਜਿਵੇਂ ਸਪੋਜ਼ ਕਰੋ, ਕੰਪੈਰੀਟਿਵ ਟੈਸਟਿੰਗ ਦਾ ਮਤਲਬ ਕੀ ਹੁੰਦਾ ਹੈ, ਕੰਜ਼ਿਊਮਰ ਆਰਗੇਨਾਈਜੇਸ਼ਨਸ ਕੀ ਕਰਦੀਆਂ, ਮੰਨ ਲਓ ਮਾਰਕੀਟ ਦੇ ਵਿੱਚ ਇੱਕ ਤਰ੍ਹਾਂ ਦੀਆਂ 4-5 ਵੈਰਾਈਟੀਜ਼ ਆ ਰਹੀਆਂ, ਕੰਜ਼ਿਊਮਰ ਆਰਗੇਨਾਈਜੇਸ਼ਨਸ ਕੀ ਕਰਦੀਆਂ, ਉਹਨਾਂ 4-5 ਵੈਰਾਈਟੀਜ਼ ਦੀ ਟੈਸਟਿੰਗ, ਲੈਬੋਰਟਰੀ ਟੈਸਟਿੰਗ ਕਰਵਾਉਂਦੀਆਂ। ਲੈਬੋਰਟਰੀ ਟੈਸਟਿੰਗ ਕਰਵਾ ਕੇ ਔਰ ਇਹ ਪ੍ਰੂਵ ਕੀਤਾ ਜਾਂਦਾ ਹੈ ਕਿ ਇਹ ਵਾਲੀ ਜਿਹੜੀ ਚੀਜ਼ ਹੈ ਉਹ ਬੈਸਟ ਹੈ। ਠੀਕ ਹੈ ਨਾ, ਤਾਂ ਇਸ ਤਰੀਕੇ ਦੇ ਨਾਲ ਕੰਜ਼ਿਊਮਰ ਨੂੰ ਇੱਕ ਹੈਲਪ ਮਿਲ ਜਾਂਦੀ ਹੈ ਕੰਪੈਰੀਟਿਵ ਟੈਸਟਿੰਗ ਕਰਵਾ ਕੇ ਕਿ ਕਿਹੜੀ ਚੀਜ਼ ਬੈਸਟ ਹੈ, ਤਾਂ ਕਿ ਕੰਜ਼ਿਊਮਰ ਆਪਣੇ ਡਿਸੀਜਨ ਨੂੰ ਪ੍ਰੋਪਰ ਤਰੀਕੇ ਨਾਲ ਲੈ ਸਕੇ, ਪਰਚੇਜ਼ ਡਿਸੀਜਨ ਨੂੰ ਪ੍ਰੋਪਰ ਤਰੀਕੇ ਨਾਲ ਲੈ ਸਕੇ। ਠੀਕ ਹੈ, ਨੈਕਸਟ ਪੁਆਇੰਟ ਹੈ ਇਨਕਰੇਜਿੰਗ ਕੰਜ਼ਿਊਮਰਸ। ਇਨਕਰੇਜਿੰਗ ਕੰਜ਼ਿਊਮਰਸ ਦਾ ਮਤਲਬ ਕੀ ਹੈ? ਕੰਜ਼ਿਊਮਰਸ ਨੂੰ ਇਨਕਰੇਜ ਕਰਨ ਵਾਸਤੇ ਕਿ ਉਹਨਾਂ ਨਾਲ ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਐਕਸਪਲੋਇਟੇਸ਼ਨ ਹੁੰਦਾ ਹੈ ਤਾਂ ਉਹ ਉਸ ਪ੍ਰਤੀ ਆਪਣਾ ਜਿਹੜਾ ਰਾਈਟ ਹੈ ਉਸ ਨੂੰ ਐਕਸਰਸਾਈਜ਼ ਕਰਨ, ਵਾਇਲੇਸ਼ਨ ਦੇ ਅਗੇਂਸਟ ਖੜੇ ਹੋਣ, ਬੋਲਣ, ਤਾਂ ਕਿ ਫਰਦਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਿਜ਼ਨਸਮੈਨ ਕਰਨ ਤੋਂ, ਐਕਸਪਲੋਇਟੇਸ਼ਨ ਕਰਨ ਤੋਂ ਵੀ ਕਤਰਾਵੇ ਕਿ ਅਸੀਂ ਇਹ ਦੁਬਾਰਾ ਤੋਂ ਇਹ ਕੰਮ ਨਹੀਂ ਕਰਨਾ। ਠੀਕ ਹੈ, ਯਾਨੀ ਕਿ ਕੰਜ਼ਿਊਮਰਸ ਨੂੰ ਇਨਕਰੇਜ ਕੀਤਾ ਜਾਂਦਾ ਹੈ ਬਾਏ ਦਾ ਕੰਜ਼ਿਊਮਰ ਆਰਗੇਨਾਈਜੇਸ਼ਨਸ ਕਿ ਜੋ ਇਹ ਕੰਮ ਹੈ, ਕੰਜ਼ਿਊਮਰ ਆਰਗੇਨਾਈਜੇਸ਼ਨਸ ਉਹਨਾਂ ਨੂੰ ਇਨਕਰੇਜ ਕਰਦੀਆਂ ਕਿ ਤੁਸੀਂ ਉਸ ਦੇ ਅਗੇਂਸਟ ਆਵਾਜ਼ ਉਠਾਓ। ਜਿਹੜਾ ਬਿਜ਼ਨਸਮੈਨ ਗਲਤ ਕਰ ਰਿਹਾ ਨਾ ਉਹਦੇ ਅਗੇਂਸਟ ਆਵਾਜ਼ ਉਠਾਓ, ਤਾਂ ਕਿ ਉਹ ਦੁਬਾਰਾ ਤੋਂ ਗਲਤੀ ਕਰਨ ਲੱਗੇ 100 ਵਾਰੀ ਸੋਚੇ ਕਿ ਮੈਨੂੰ ਹੁਣ ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਠੀਕ ਹੈ ਨਾ, ਫਿਰ ਉਸ ਤੋਂ ਬਾਅਦ ਹੈਗਾ ਪ੍ਰੋਵਾਈਡਿੰਗ ਲੀਗਲ ਅਸਿਸਟੈਂਸ। ਅਗਰ ਕਿਸੇ ਦੇ ਕੰਜ਼ਿਊਮਰ ਦੀ ਹੈਲਪ ਕਰਨੀ ਹੈ ਵੀ ਕੋਰਟ ਦੇ ਵਿੱਚ ਕੇਸ ਕਿਵੇਂ ਕਰਨਾ ਹੈ, ਕੋਰਟ ਦੇ ਵਿੱਚ ਜਾ ਕੇ ਉਹਦੀ ਹੈਲਪ ਕਿਵੇਂ ਕਰਨੀ ਹੈ, ਕਿਹੜੇ ਵਕੀਲ ਨੂੰ ਮਿਲਣਾ ਹੈ, ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਜਾਂ ਉਸ ਦੇ ਵਿੱਚ ਅਸਿਸਟੈਂਸ ਦੇਣ ਦੀ ਹੈਲਪ ਜਦੋਂ ਆਪਾਂ ਗੱਲ ਕਰੀਏ ਤਾਂ ਲੀਗਲ ਅਸਿਸਟੈਂਸ ਸ਼ੈਲ ਬੀ ਪ੍ਰੋਵਾਈਡਡ ਬਾਈ ਥੀਸ ਕੰਜ਼ਿਊਮਰ ਆਰਗੇਨਾਈਜੇਸ਼ਨਸ। ਠੀਕ ਹੈ, ਫਿਰ ਉਸ ਤੋਂ ਬਾਅਦ ਹੈ ਫਾਈਲਿੰਗ ਕੰਪਲੇਂਟਸ ਫॉर ਕੰਜ਼ਿਊਮਰਸ। ਕੰਜ਼ਿਊਮਰਸ ਕਈ ਹੁੰਦੇ ਆ ਅਨਆਰਗੇਨਾਈਜ਼ਡ, ਇਕੱਲੇ ਹੁੰਦੇ ਆ ਵਿਚਾਰੇ, ਕੰਪਲੇਂਟ ਵੀ ਨਹੀਂ ਕਰਨਾ ਚਾਹੁੰਦੇ, ਤਾਂ ਕੰਜ਼ਿਊਮਰ ਆਰਗੇਨਾਈਜੇਸ਼ਨਸ ਉਹਨਾਂ ਦੇ ਬਿਹਾਫ ਤੇ ਕੰਪਲੇਂਟ ਜਿਹੜੀ ਹੈ ਉਹ ਦਰਜ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਹੈ। ਠੀਕ ਹੈ, ਔਰ ਲਾਸਟ ਪੁਆਇੰਟ ਹੈ ਫਾਈਲਿੰਗ ਕੰਪਲੇਂਟਸ ਫॉर ਜਨਰਲ ਪਬਲਿਕ। ਔਰ ਸਿਮਿਲਰਲੀ ਜਨਰਲ ਪਬਲਿਕ ਦੇ ਵਿੱਚ ਵੀ ਕੌਣ ਆ ਜਾਂਦੇ ਆ? ਕੰਜ਼ਿਊਮਰਸ ਹੀ ਆ ਜਾਂਦੇ ਆ। ਜੇਕਰ ਬਿਜ਼ਨਸਮੈਨ ਨੇ ਜਾਂ ਬਿਜ਼ਨਸ ਆਰਗੇਨਾਈਜੇਸ਼ਨਸ ਨੇ ਕੁਝ ਇਸ ਤਰ੍ਹਾਂ ਦੀ ਐਕਟੀਵਿਟੀ ਕੰਡਕਟ ਕੀਤੀ ਜਿਹਦੇ ਕਰਕੇ ਪੂਰੀ ਪਬਲਿਕ ਦਾ ਨੁਕਸਾਨ ਹੋਇਆ ਜਾਂ ਪਬਲਿਕ ਦੀ ਸੇਫਟੀ ਇੰਸ਼ੋਰ ਨਹੀਂ ਹੋਈ, ਤਾਂ ਉਸ ਕੇਸ ਦੇ ਵਿੱਚ ਪੂਰੀ ਜਨਤਾ ਦੇ ਬਿਹਾਫ ਤੇ ਵੀ ਉਹ ਕੀ ਕਰ ਸਕਦੇ ਆ? ਕੰਪਲੇਂਟ ਦਰਜ ਕਰ ਸਕਦੇ ਆ। ਵੀ ਹੁਣ ਕੱਲਾ ਬੰਦਾ ਕੋਰਟ ਜਾਣ ਨਾਲ ਤਾਂ ਚੰਗਾ ਹੀ ਹੈ ਨਾ ਵੀ ਕੰਜ਼ਿਊਮਰ ਆਰਗੇਨਾਈਜੇਸ਼ਨਸ ਜਾ ਕੇ ਉੱਥੇ ਕੰਪਲੇਂਟ ਦਰਜ ਕਰ ਦੇਣ। ਤਾਂ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਸਾਰੇ ਦੇ ਸਾਰੇ ਫੰਕਸ਼ਨਸ ਨੇ, these functions are to be undertaken by the consumer organizations। और this was the last topic of the chapter। ਇਹਦੇ ਨਾਲ ਹੀ ਆਪਣਾ consumer protection वाला जो चैप्टर है वो कंप्लीट हो गया। नाउ वी आर गोइंग टूवर्ड्स द केस स्टडीज। केस स्टडीज भी ਆਪਾਂ ਕੀ ਹੈ 1 by 1 करके डिस्कशन करते हैं। ठीक है, एक बार आह वाली बुक ले लो की दी है। देखो सब तो पहली केस स्टडी है प्रज्ञा बाउट एंड आयरन। आयरन मतलब आयन, आयन समझ गए तुसी, प्रेस ऑफ अ reputed brand for 1500 but it caused an electric shock। ठीक है, but it caused an electric shock while it was being used। प्रज्ञा wants to exercise her right। वो अपना एक right exercise करना चाहती है, तो दसो ਇਹ ਜਿਹਾ ਕਿਹੜਾ right ਹੈ ਜਿਹੜਾ ਕਿ ਉਸ ਨੂੰ protect ਕਰੂਗਾ? ਵੈਰੀ ਗੁੱਡ, ਰਾਈਟ ਟੂ ਸੇਫਟੀ। ਕਿਉਂ ਰਾਈਟ ਟੂ ਸੇਫਟੀ? ਆਪਾਂ ਨੂੰ ਇਹ ਕਹਿੰਦਾ ਹੈ ਕਿ ਜਦੋਂ ਆਪਾਂ ਕੋਈ ਸਮਾਨ ਖਰੀਦਣ ਜਾ ਰਹੇ ਹਾਂ ਦੈਟ ਮਸਟ ਇਨਸ਼ੋਰ ਦਾ ਸੇਫਟੀ ਆਫ ਦਾ ਕੰਜ਼ਿਊਮਰ। ਠੀਕ ਹੈ, ਤਾਂ ਰਾਈਟ ਟੂ ਸੇਫਟੀ ਮਸਟ ਬੀ ਇਨਸ਼ੋਰ ਬਾय ਦਾ ਪ੍ਰਗਿਆ, ਮਸਟ ਬੀ ਐਕਸਰਸਾਈਜ਼ਡ ਬਾय ਦਾ ਪ੍ਰਗਿਆ, ਤਾਂ ਕਿ ਉਹ ਜਿਹੜਾ ਇਲੈਕਟ੍ਰਿਕ ਸ਼ੌਕ ਉਸ ਨੂੰ ਲੱਗਿਆ ਉਸ ਤੋਂ ਉਸ ਦੀ ਸੁਰੱਖਿਆ ਜੋ ਰੱਖਿਆ ਹੈ, ਸੇਫਟੀ ਹੈ, ਉਹ ਹੋ ਸਕੇ। ਕਲੀਅਰ ਹੈ ਨਾ?
ਉਸ ਤੋਂ ਬਾਅਦ ਬਿਲਕੁਲ ਈਜ਼ੀ ਕੁਐਸਚਨ ਸੀਗਾ, ਤਾਂ ਸਾਰਿਆਂ ਨੇ ਆਨਸਰ ਦੇਣਾ ਹੈ, ਠੀਕ ਹੈ ਨਾ। ਧਿਆਨ ਨਾਲ ਸੁਣਨੇ ਇਹ ਸਾਰਿਆਂ ਨੇ ਕੁਐਸਚਨਸ। ਚਲੋ ਨੈਕਸਟ ਹੈ ਦੇਖੋ, ਡਿਸਟ੍ਰਿਕਟ ਫੋਰਮ ਜਿਹੜੀ ਹੈ ਦੈਟ ਰਿਡਰੈਸਿਸ ਦਾ ਗ੍ਰੀਵੈਂਸਿਸ ਅਪ ਟੂ ਕਿਹੜੀ ਅਮਾਊਂਟ ਤੱਕ, 1 ਕਰੋੜ, ਠੀਕ ਹੈ। 1 ਕਰੋੜ ਤੱਕ ਜੋ ਵੀ ਗ੍ਰੀਵੈਂਸਿਸ ਨੇ ਉਹ ਕੌਣ ਹੈਂਡਲ ਕਰਦਾ ਹੈ, ਡਿਸਟ੍ਰਿਕਟ ਫੋਰਮ। 1 ਕਰੋੜ ਤੋਂ 10 ਕਰੋੜ ਤੱਕ, 10 ਕਰੋੜ ਤੋਂ ਉੱਪਰ, ਠੀਕ ਹੈ, ਸਾਰਿਆਂ ਨੂੰ ਕਲੀਅਰ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਮਿਨੀਮਮ ਨੰਬਰ ਆਫ ਮੈਂਬਰਸ ਇਨ ਡਿਸਟ੍ਰਿਕਟ ਫੋਰਮ 2, ਮੈਕਸਿਮਮ ਨੰਬਰ ਆਫ ਮੈਂਬਰਸ ਜਿੰਨੇ ਮਰਜ਼ੀ ਹੋ ਸਕਦੇ ਹੈ, ਟੂ ਬੀ ਡਿਸਾਈਡਡ ਬਾਈ ਸੈਂਟਰਲ ਗਵਰਨਮੈਂਟ, ਠੀਕ ਹੈ। ਉਸ ਤੋਂ ਬਾਅਦ ਸਟੇਟ ਕਮਿਸ਼ਨ ਦੇ ਵਿੱਚ ਕਿੰਨੇ ਹੋਣਗੇ, 4, 1 ਸ਼ੈਲ ਬੀ ਵੂਮਨ ਮੈਂਬਰ। ਉਸ ਤੋਂ ਬਾਅਦ ਨੈਸ਼ਨਲ ਕਮਿਸ਼ਨ ਦੇ ਵਿੱਚ 4 ਹੋਣਗੇ, ਠੀਕ ਹੈ। ਅਗਰ ਤੁਸੀਂ ਡਿਸਟ੍ਰਿਕਟ ਫੋਰਮ ਤੋਂ ਸੈਟੀਸਫਾਈ ਨਾ ਹੋਏ ਤਾਂ ਕਿੱਥੇ ਜਾ ਸਕਦੇ ਹੋ, ਸਟੇਟ ਦੇ ਵਿੱਚ। ਕਿੰਨੇ ਦਿਨਾਂ ਦੇ ਅੰਦਰ ਅੰਦਰ ਕੰਪਲੇਂਟ ਕਰਨੀ ਹੈ, 45 ਡੇਜ਼ ਦੇ ਵਿੱਚ। ਅਗਰ ਸਟੇਟ ਕਮਿਸ਼ਨ ਤੋਂ ਸੈਟੀਸਫਾਈ ਨਾ ਹੋਏ ਤਾਂ ਕਿੱਥੇ ਜਾ ਸਕਦੇ ਹੋ, ਨੈਸ਼ਨਲ ਕਮਿਸ਼ਨ। ਕਿੰਨੇ ਦਿਨਾਂ 'ਚ ਕੰਪਲੇਂਟ ਕਰਨੀ ਹੈ, 30 ਡੇਜ਼ ਦੇ ਵਿੱਚ। ਅਗਰ ਨੈਸ਼ਨਲ ਕਮਿਸ਼ਨ ਤੋਂ ਸੈਟੀਸਫਾਈ ਨਾ ਹੋਏ ਤਾਂ ਕਿੱਥੇ ਜਾਣਾ ਹੈ, ਸੁਪਰੀਮ ਕੋਰਟ। ਸੁਪਰੀਮ ਕੋਰਟ ਸਭ ਤੋਂ ਉੱਪਰ ਹੈ, ਉਹਦੇ ਡਿਸੀਜਨ ਤੇ ਅੱਗੇ ਕੋਈ ਵੀ ਪਰਸਨ ਜਿਹੜਾ ਹੈ ਆਰਗੂਮੈਂਟ ਨਹੀਂ ਕਰ ਸਕਦਾ, ਯਾਨੀ ਕਿ 30 ਡੇਜ਼ ਦੇ ਅੰਦਰ ਅੰਦਰ ਤੁਸੀਂ ਉੱਥੇ ਵੀ ਕੰਪਲੇਂਟ ਦਰਜ ਕਰ ਸਕਦੇ ਹੋ, ਠੀਕ ਹੈ ਨਾ। ਕੁਐਸਚਨ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਧਿਆਨ ਨਾਲ ਇਹਦੇ ਨਾਲ ਰਿਲੇਟਡ ਕੇਸ ਸਟੱਡੀ ਬਹੁਤ ਵਾਰੀ ਆਈ ਹੈ ਕਿ ਪਰਸਨ ਜੋ ਹੈ ਉਹ ਇਸ ਕੋਰਟ ਤੋਂ ਸੈਟੀਸਫਾਈਡ ਨਹੀਂ, ਉਹਨੇ 45 ਦਿਨਾਂ ਬਾਅਦ ਕੰਪਲੇਂਟ ਦਰਜ ਕਰਤੀ ਕਿ ਉਹ ਕਰ ਸਕਦਾ ਹੈ, ਉੱਥੇ ਇਹ ਜਿਹੇ ਕੁਐਸਚਨ ਪੁੱਛੇ ਜਾਂਦੇ ਆ, ਠੀਕ ਹੈ ਨਾ। ਹੁਣ ਮੈਂ ਤੁਹਾਨੂੰ ਉਹਦੇ ਨਾਲ ਰਿਲੇਟਡ ਇੱਕ ਕੁਐਸਚਨ ਪੁੱਛਦਾ ਹੈ, ਤੁਸੀਂ ਮੈਨੂੰ ਉਸਦਾ ਕੀ ਹੈ ਆਨਸਰ ਦੇਣਾ, ਠੀਕ ਹੈ ਜੀ। ਦੇਖੋ ਕਹਿੰਦੇ ਔਨ ਸੋਨਿਕਾਸ ਬਰਥਡੇ ਹਰ ਮਦਰ ਗੇਵ ਹਰ ਅ ਪੇਅਰ ਆਫ ਗੋਲਡ ਈਅਰ ਰਿੰਗਸ, ਠੀਕ ਹੈ ਨਾ। ਉਹਦੀ ਮਦਰ ਨੇ ਉਸਨੂੰ ਕੀ ਗਿਫਟ ਦਿੱਤਾ, ਪੇਅਰ ਆਫ ਗੋਲਡ ਈਅਰ ਰਿੰਗਸ। ਆਫਟਰ 1 ਮੰਥ ਸੋਨਿਕਾ ਅਬਜ਼ਰਵਡ ਦੈਟ ਦ ਈਅਰ ਰਿੰਗਸ ਆਰ ਲੂਜ਼ਿੰਗ देयर ਸ਼ਾਈਨ, ਠੀਕ ਹੈ ਨਾ। ਈਅਰ ਰਿੰਗਸ ਨੇ ਜਿਹੜੇ ਉਹ ਕੀ ਆਪਣੀ ਸ਼ਾਈਨ ਲੂਜ਼ ਕਰ ਰਹੇ ਨੇ। ਸ਼ੀ ਚੈੱਕਡ ਦਾ ਮਾਰਕ ਔਨ ਦਾ ਈਅਰ ਰਿੰਗਸ ਐਂਡ ਫਾਊਂਡ ਦੈਟ ਇਟ ਵਾਜ਼ ਨਾਟ ਅ ਪ੍ਰੋਪਰ ਹੋਲ ਮਾਰਕ, ਉਹ ਹੌਲ ਮਾਰਕ ਦੇ ਅਪਰੂਵਡ ਨਹੀਂ ਸੀ। ਹੌਲ ਮਾਰਕ ਕਦੋਂ ਚਾਹੀਦਾ ਹੁੰਦਾ, ਜਦੋਂ ਆਪਾਂ ਗੋਲਡ, ਸਿਲਵਰ, ਡਾਇਮੰਡ ਵਗੈਰਾ ਦੀ ਗੱਲ ਕਰੀਏ। ਤਾਂ ਸੋਨਿਕਾ ਵੀ ਜੋ ਹੈ ਈਅਰ ਰਿੰਗਸ ਕੀ ਹੈ, ਗੋਲਡ ਵਗੈਰਾ ਦੇ ਬਣੇ ਹੋਏ ਹੋਣਗੇ ਜੋ ਕਿ ਆਪਣੀ ਸ਼ਾਈਨ ਖੋ ਰਹੇ ਹੈ ਨਾ। ਉਸ ਤੋਂ ਬਾਅਦ ਕੀ ਹੈ, ਐਂਡ ਹਰ ਮਦਰ had been cheated by the shopkeeper, so she filed a complaint in the district forum which rejected it. Not satisfied by the decision of the district forum, she was very much disturbed and after 2 months decided to appeal further. ਗੱਲ ਸਮਝ ਗਏ। ਉਹ ਕਹਿੰਦੇ ਕਿ ਜਿਹੜੀ ਸੋਨਿਕਾ ਸੀ ਨਾ, ਉਹਦੀ ਮਦਰ ਨਾਲ ਸ਼ੌਪਕੀਪਰ ਨੇ ਚੀਟਿੰਗ ਕੀਤੀ, ਜਿਸ ਕਰਕੇ ਜਿਹੜੀ ਸੋਨਿਕਾ ਸੀ ਉਹ ਕਹਿੰਦੀ ਕਿ ਮੈਂ ਹੁਣ ਕੰਪਲੇਂਟ ਦਰਜ ਕਰਨੀ ਹੈ। ਕੰਪਲੇਂਟ ਦਰਜ ਹੋ ਗਈ, ਡਿਸਟ੍ਰਿਕਟ ਫਾਰਮ ਦੇ ਵਿੱਚ ਡਿਸੀਜਨ ਚਲਾ ਗਿਆ, ਡਿਸਟ੍ਰਿਕਟ ਫਾਰਮ ਤੋਂ ਸੈਟੀਸਫਾਈਡ ਨਹੀਂ ਹੋਈ, 2 ਮਹੀਨੇ ਬਾਅਦ ਸੁੱਤੀ ਪਈ ਜਾਗ ਪਈ ਕਿ ਮੈਂ ਅਪੀਲ ਕਰਨੀ ਹੈ ਕਿੱਥੇ, ਸਟੇਟ ਕਮਿਸ਼ਨ ਦੇ ਵਿੱਚ। ਕਿ ਸੋਨਿਕਾ ਇਹ ਕਰ ਸਕਦੀ ਹੈ, ਕਿਉਂ ਨਹੀਂ ਕਰ ਸਕਦੀ, ਕਿਉਂਕਿ ਅਪੀਲ ਮਸਟ ਬੀ ਵਿਦਿਨ 45 ਡੇਜ਼। 2 ਮਹੀਨੇ ਬੀਤ ਗਏ, ਮਤਲਬ 60 ਡੇਜ਼ ਹੋ ਗਏ, ਕਿ ਉਹ ਕੰਪਲੇਂਟ ਦਰਜ ਕਰ ਸਕਦੀ ਹੈ, ਨਹੀਂ ਕਰ ਸਕਦੀ। ਤਾਂ ਤੁਹਾਡਾ ਆਨਸਰ ਕੀ ਹੋਗਾ, ਨੋ, ਸੋਨਿਕਾ ਕੈਨ ਨਾਟ ਫਾਈਲ ਦਾ ਕੰਪਲੇਂਟ ਬਿਕੋਜ਼ appeal must be made within 45 days with the state commission, ਠੀਕ ਹੈ ਨਾ। ਕਿਉਂਕਿ ਉਹ 45 ਡੇਜ਼ ਦੇ ਵਿੱਚ ਕੰਪਲੇਂਟ ਕਰ ਸਕਦੀ ਹੈ, ਇਸ ਕਰਕੇ ਉਹ ਕੰਪਲੇਂਟ ਦਰਜ ਨਹੀਂ ਕਰ ਸਕਦੀ, ਠੀਕ ਹੈ ਨਾ। ਦਿਨ ਜਿਹੜਾ ਟਾਈਮ ਪੀਰੀਅਡ ਹੈ ਅਪੀਲ ਦਾ ਉਹ ਪੂਰਾ ਹੋ ਚੁੱਕਿਆ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਇਹ ਜਿਹੜੇ ਐਕਟਸ ਹੁੰਦੇ ਆ ਇਹਨਾਂ ਦੀ ਇਸੇ ਕਰਕੇ ਅਵੇਅਰਨੈਸ ਜ਼ਰੂਰੀ ਹੈ, ਠੀਕ ਹੈ ਨਾ। ਵੀ ਜਿਵੇਂ ਹੁਣ ਆਪਾਂ ਐਕਟ ਪੜ੍ਹ ਲਿਆ, ਕੰਜ਼ਿਊਮਰ ਪ੍ਰੋਟੈਕਸ਼ਨ, ਤੁਹਾਨੂੰ ਪਤਾ ਹੈ। ਹੁਣ ਲੇਟਰ ਔਨ ਗ੍ਰੈਜੂਏਸ਼ਨ ਦੇ ਵਿੱਚ ਜਿਹੜੇ ਬੱਚੇ ਇੱਥੇ ਰਹਿਣਾ ਹੈ, ਜਿਨ੍ਹਾਂ ਨੇ ਗ੍ਰੈਜੂਏਸ਼ਨ ਕਰਨਗੇ, ਗ੍ਰੈਜੂਏਸ਼ਨ ਦੇ ਵਿੱਚ ਜਾ ਕੇ ਉੱਥੇ ਲਾਅ ਪੜ੍ਹਨਗੇ, ਇਨਕਮ ਟੈਕਸ ਪੜ੍ਹਨਗੇ, ਲਾਅ ਪੜ੍ਹਨਗੇ, GST ਪੜ੍ਹਨਗੇ, ਠੀਕ ਹੈ ਨਾ, ਬਿਜ਼ਨਸ ਲਾਅ, ਸੇਲ ਆਫ ਗੁੱਡਸ ਐਕਟ, ਇੰਡੀਅਨ ਕੰਟਰੈਕਟ ਐਕਟ। ਬੱਚੇ ਜਦੋਂ ਪੜ੍ਹਦੇ ਹੈ ਤਾਂ ਕਈ ਤਾਂ ਦਿੰਦੇ ਨਹੀਂ ਧਿਆਨ, ਜਦੋਂ ਬਹੁਤ ਜ਼ਿਆਦਾ ਜਿਹੜੇ ਬੱਚੇ ਬਹੁਤ ਸਿੰਸੀਅਰਟੀ ਨਾਲ ਪੜ੍ਹਦੇ ਨਾ ਉਹ ਲਾਅ, ਮੈਂ ਕਹਿੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ, ਠੀਕ ਹੈ ਨਾ। ਵੈਸੇ ਵੀ ਲਾਅ ਦੇ ਵਿੱਚ ਇੱਕ ਲਾਈਨ ਲਿਖੀ ਹੋਈ, ਇਗਨੋਰੈਂਸ ਆਫ ਲਾਅ ਇਜ਼ ਨਾਟ ਐਨ ਐਕਸਕਿਊਜ਼। ਕਿ ਅਗਰ ਤੁਸੀਂ ਕਹਿ ਦਿਓ ਰੈੱਡ ਲਾਈਟ ਜੰਪ ਕਰਕੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਚਲਾਣਾ ਹੈ, ਠੀਕ ਹੈ ਨਾ, ਉਹ ਐਂ ਨਹੀਂ ਕਹਿਣਗੇ ਵੀ ਤੁਹਾਨੂੰ ਪਤਾ ਨਹੀਂ ਸੀ। ਬੀਇੰਗ ਅ ਇੰਡੀਅਨ ਇਟਸ ਯੋਰ ਰਿਸਪੌਂਸਿਬਿਲਿਟੀ ਟੂ ਲਰਨ ਦ ਰੂਲਸ ਐਂਡ ਰੈਗੂਲੇਸ਼ਨਸ ਆਫ ਦ ਇੰਡੀਆ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਨੈਕਸਟ, ਹਿਮੇਸ਼ ਆਫਟਰ ਕੰਪਲੀਟਿੰਗ ਹਿਜ਼ ਗ੍ਰੈਜੂਏਸ਼ਨ started working with a multinational company in Delhi, but due to ill health of his parents he had to go back to his village, ठीक है, उन्होंने अपने विलेज वापस जाना पिया। There he noticed that the villagers were literate,
ਬਟ ਇਗਨੋਰੈਂਟ ਅਬਾਊਟ देयर ਰਾਈਟਸ। ਪੜ੍ਹੇ ਲਿਖੇ ਤਾਂ ਹੈ ਪਰ ਉਹਨਾਂ ਨੂੰ ਰਾਈਟਸ ਬਾਰੇ ਨਹੀਂ ਪਤਾ। ਮੈਨੀ ਵੈਜੀਟੇਬਲਸ ਵੈਂਡਰਸ were using stones as weights to sell their vegetables। ਤੁਹਾਨੂੰ ਪਤਾ ਕਿ ਪੁਰਾਣੇ ਟਾਈਮ ਦੇ ਵਿੱਚ ਸਟੋਨ ਹੀ ਯੂਜ਼ ਹੁੰਦੇ ਸੀ, ਬੱਟੇ ਨਹੀਂ ਹੁੰਦੇ ਸੀਗੇ, ਠੀਕ ਹੈ ਨਾ। ਅੱਜ ਕੱਲ੍ਹ ਵੀ ਬਹੁਤ ਸਾਰੇ ਇਹੋ ਜਿਹੇ ਵੈਜੀਟੇਬਲ ਵੈਂਡਰਸ ਨੇ ਜਿਹੜੇ ਸਟੋਨਸ ਵਗੈਰਾ ਦਾ ਯੂਜ਼ ਕਰਦੇ ਹੈ, ਠੀਕ ਹੈ। ਦੇਖੇ ਕਦੇ ਮਾਰਕੀਟ ਦੇ ਵਿੱਚ, ਬਾਜ਼ਾਰ 'ਚ ਕਦੇ ਦੇਖਿਆ ਵੀ ਸਟੋਨ ਵਗੈਰਾ ਯੂਜ਼ ਕਰ ਰਹੇ ਵੈਜੀਟੇਬਲ ਵੈਂਡਰਸ। ਅੱਗੇ ਹੈਗਾ ਸਮ ਸ਼ੌਪਕੀਪਰਸ ਵਰ ਸੈਲਿੰਗ ਫੂਡ ਆਈਟਮਸ ਵਿਦਾਊਟ ਹੈਵਿੰਗ FPO ਮਾਰਕ। ਉਹਦੇ ਉੱਤੇ FPO ਮਾਰਕ ਵੀ ਹੈ ਨਹੀਂ, ਠੀਕ ਹੈ ਨਾ। ਉਸ ਤੋਂ ਬਾਅਦ ਵਿਲੇਜਰਸ ਡਿਡ ਨਾਟ ਫਾਈਂਡ ਐਨੀਥਿੰਗ ਰੋਂਗ ਵਿਦ ਥੀਸ ਪ੍ਰੈਕਟਿਸਿਸ, ਠੀਕ ਹੈ ਨਾ। ਉਹਨਾਂ ਨੂੰ ਇਸ ਪ੍ਰੈਕਟਿਸਿਸ ਦੇ ਪ੍ਰਤੀ ਕੁਝ ਰੋਂਗ ਲੱਗਿਆ ਹੀ ਨਹੀਂ, ਕਿਉਂਕਿ ਉਹ ਕੀ ਹੈ, ਆਪਣੇ ਰਾਈਟਸ ਪ੍ਰਤੀ ਇਲਿਟਰੇਟ ਹੈ, ਠੀਕ ਹੈ ਨਾ। ਉਹਨਾਂ ਨੂੰ ਆਪਣੇ ਰਾਈਟਸ ਨਹੀਂ ਪਤਾ, ਵੈਸੇ ਲਿਟਰੇਟ ਹੈ ਪਰ ਉਹਨਾਂ ਨੂੰ ਆਪਣੇ ਰਾਈਟਸ ਨਹੀਂ ਪਤਾ। ਤਾਂ ਸੋ ਟੂ ਕ੍ਰੀਏਟ ਅਵੇਅਰਨੈਸ ਅਮੰਗ ਵਿਲੇਜਰਸ ਹਿਮੇਸ਼ डिसाइडेड टू पब्लिश अ वीकली जर्नल जन जागृति। ਉਹਨੇ ਕੀ ਇੱਕ ਜਨ ਜਾਗ੍ਰਿਤੀ ਨਾਮ ਦਾ ਇੱਕ ਵੀਕਲੀ ਜਰਨਲ ਜਿਹੜਾ ਹੈਗਾ ਉਹ ਪਬਲਿਸ਼ ਕਰਨ ਦੀ ਸੋਚੀ, ਤਾਂ ਕਿ ਕੰਜ਼ਿਊਮਰਸ ਨੂੰ ਉਹਨਾਂ ਦੇ ਰਾਈਟਸ ਪ੍ਰਤੀ ਅਵੇਅਰ ਕੀਤਾ ਜਾ ਸਕੇ। ਤਾਂ ਮੈਨੂੰ ਇਹ ਦੱਸੋ ਕਿ ਵਿਚ ਰਾਈਟ ਇਜ਼ ਐਕਸਰਸਾਈਜ਼ਡ ਬਾਈ ਹਿਮੇਸ਼ ਟੂ ਡੂ ਦੈਟ। ਉਸ ਰਾਈਟਸ ਨੂੰ ਮਤਲਬ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਉਸਨੇ ਕਿਹੜਾ ਰਾਈਟ ਐਕਸਰਸਾਈਜ਼ ਕੀਤਾ? ਕੋਈ ਦੱਸ ਸਕਦਾ? ਰਾਈਟ ਟੂ ਕੰਜ਼ਿਊਮਰ ਐਜੂਕੇਸ਼ਨ। ਰਾਈਟ ਟੂ ਕੰਜ਼ਿਊਮਰ ਐਜੂਕੇਸ਼ਨ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਆਪਣੀ ਜਿਹੜੀ ਰਾਈਟਸ ਵਾਲੀ ਕਲਾਸ ਹੈ, ਕੰਜ਼ਿਊਮਰ ਰਾਈਟਸ ਹੈ ਜਾਂ ਰਿਸਪੌਂਸਿਬਿਲਿਟੀਜ਼ ਹੈ, ਇਹ ਆਪਣੀ ਕਲਾਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਪੇਪਰ ਜਦੋਂ ਕੇਸ ਸਟੱਡੀ ਆਊਗੀ ਤਾਂ ਇਹਦੀ ਆਊਗੀ, ਠੀਕ ਹੈ। ਤਾਂ ਤੁਸੀਂ ਦੇਖ ਰਹੇ ਹੋ ਮੈंने ਜਿੰਨੇ ਕੁਐਸਚਨ ਪੁੱਛੇ ਉਹਦੇ ਵਿੱਚ ਗ੍ਰੀਵੀਐਂਸ ਮੈਕੈਨਿਜ਼ਮ ਦਾ ਕੁਐਸਚਨ ਆਇਆ ਜਾਂ ਫਿਰ ਰਾਈਟਸ ਦਾ ਕੁਐਸਚਨ ਆਇਆ। ਅੱਗੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਰਿਸਪੌਂਸਿਬਿਲਿਟੀਜ਼ ਦੇ ਕੁਐਸਚਨ ਪੁੱਛੇ ਜਾਣਗੇ, ਔਰ ਜਿਹੜਾ ਮੈਂ ਕੁਐਸਚਨ ਅੱਜ ਕਰਾਇਆ ਹੈ ਉਹਦੇ ਨਾਲ ਰਿਲੇਟਡ ਕੁਐਸਚਨ ਪੁੱਛੇ ਜਾਣਗੇ। ਹੋ ਸਕਦਾ ਹੈ ਕਿਸੇ ਕੁਐਸਚਨ 'ਚ ਤੁਹਾਨੂੰ ਕੰਜ਼ਿਊਮਰ ਦੀ ਡੈਫੀਨੇਸ਼ਨ ਵੀ ਪੁੱਛੀ ਜਾਵੇ। ਤਾਂ ਦੇਖੋ ਕਿੰਨੀ ਇੰਪੋਰਟੈਂਟ ਚੀਜ਼ ਹੈ ਇਹ। ਤਾਂ ਹੁਣ ਨੈਕਸਟ ਕੁਐਸਚਨ ਸੁਣੋ, ਇਹ ਤਾਂ ਕੁਐਸਚਨ ਤੁਹਾਡਾ ਬਿਲਕੁਲ ਠੀਕ ਹੈ। ਇੱਕ ਹੋਰ ਪੁਆਇੰਟ ਕਿ ਜਦੋਂ ਇਹ ਤਾਂ ਮੈਂ ਤੁਹਾਨੂੰ ਕਰਵਾ ਰਿਹਾ ਸਿਰਫ ਇੱਕ ਚੈਪਟਰ ਦੀ ਕੇਸ ਸਟੱਡੀ, ਜਦੋਂ ਆਪਾਂ ਪੂਰੀ ਬੁੱਕ ਦੀ ਕੇਸ ਸਟੱਡੀ ਦੀ ਗੱਲ ਕਰਦੇ ਹਾਂ ਨਾ, ਉਦੋਂ ਆਈ ਨਹੀਂ ਪਤਾ ਲੱਗਦਾ ਵੀ ਕਿਹੜੀ ਕੇਸ ਸਟੱਡੀ ਕਿਹੜੇ ਚੈਪਟਰ 'ਚ ਹੋਈ ਹੈ, ਠੀਕ ਹੈ। ਤਾਂ ਜਦੋਂ ਵੀ ਤੁਸੀਂ ਕੇਸ ਸਟੱਡੀ ਪੜ੍ਹਨੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਕੇਸ ਸਟੱਡੀ ਦਾ ਕੁਐਸਚਨ ਰੀਡ ਕਰਨਾ ਹੈ। ਗੱਲ ਸਮਝ ਗਏ? ਹਰ ਬੱਚੇ ਨੇ ਸਭ ਤੋਂ ਪਹਿਲਾਂ ਕੁਐਸਚਨ ਰੀਡ ਕਰਨਾ ਹੈ, ਫਿਰ ਉਦੋਂ ਬਾਅਦ ਕੇਸ ਸਟੱਡੀ ਸ਼ੁਰੂ ਕਰਨੀ ਹੈ, ਕਿਉਂਕਿ ਕੁਐਸਚਨ ਪੜ੍ਹ ਕੇ ਤੁਹਾਨੂੰ ਇਹ ਪਤਾ ਚੱਲ ਜਾਣਾ ਕਿ ਕੇਸ ਸਟੱਡੀ ਜਿਹੜੀ ਹੈ ਉਹ ਆਈ ਕਿਸ ਚੈਪਟਰ 'ਚੋਂ ਹੈ, ਠੀਕ ਹੈ। ਹੁਣ ਜਿਵੇਂ ਅਗਰ ਇੱਥੇ ਲਿਖਤਾ ਰਾਈਟ ਕਿਹੜਾ ਐਕਸਰਸਾਈਜ਼ ਕਰ ਰਿਹਾ, ਤਾਂ ਮਤਲਬ ਰਾਈਟਸ ਹੋਰ ਤਾਂ ਕਿਸੇ ਚੈਪਟਰ 'ਚ ਹੈ ਹੀ ਨਹੀਂ, ਕੰਜ਼ਿਊਮਰ ਪ੍ਰੋਟੈਕਸ਼ਨ ਵਾਲੇ 'ਚ ਹੀ ਹੈ। ਔਰ ਕੰਜ਼ਿਊਮਰ ਪ੍ਰੋਟੈਕਸ਼ਨ 'ਚ ਵੀ ਰਾਈਟ ਵਾਲਾ ਸਿਰਫ ਇੱਕੋ ਹੀ ਟੌਪਿਕ ਹੈ। ਗੱਲ ਸਮਝ ਗਏ? ਤਾਂ ਉਹਦੇ ਨਾਲ ਆਪਾਂ ਨੂੰ ਕੀ ਹੈ, ਕਲੈਰਿਟੀ ਹੋਊਗੀ, ਬਹੁਤ ਜ਼ਿਆਦਾ ਕਲੈਰਿਟੀ ਹੋਊਗੀ, ਪੇਪਰ ਦੇ ਵਿੱਚ ਸੋਲਵ ਕਰਨ 'ਚ ਬਹੁਤ ਆਸਾਨੀ ਰਹਿੰਦੀ ਹੈ ਕਿ ਕੇਸ ਸਟੱਡੀ ਕਿਸ ਤਰ੍ਹਾਂ ਸੋਲਵ ਕਰਨੀ, ਠੀਕ ਹੈ। ਉਸ ਤੋਂ ਦੇਖੋ ਨੈਕਸਟ ਆਪਣੇ ਕੋਲ ਹੈਗਾ ਨੈਕਸਟ ਕੇਸ ਸਟੱਡੀ ਜੋ ਹੈ ਉਹ ਕਰਦੇ ਹਾਂ ਆਪਾਂ। ਚਲੋ ਇੱਕ ਵਾਰੀ ਕਰਦੇ। ਸਜਾਉਦੀਨ ਪਰਚੇਜ਼ਡ ਅ ਕਾਰ ਫॉर 15 lakhs from an automobile company and found that its airbags were defective। ਸਾਰਿਆਂ ਨੂੰ ਆਈ ਪਤਾ ਵੀ 에ਅਰਬੈਗਸ ਕੀ ਹੁੰਦੇ ਹੈ? ਕਾਰਾਂ ਦੇ ਵਿੱਚ 에ਅਰਬੈਗਸ ਹੁੰਦੇ ਨੇ, ਜਦੋਂ ਐਕਸੀਡੈਂਟ ਹੁੰਦਾ 에ਅਰਬੈਗਸ ਖੁੱਲ ਜਾਂਦੇ ਆ, ਬੰਦਾ ਪਿੱਛੇ ਰਹਿੰਦਾ, ਮੂਹਰੇ ਨਹੀਂ ਆਉਂਦਾ। ਸਟੀਅਰਿੰਗ ਉਹਦੇ ਫਿਰ ਨਾ ਮਤਲਬ ਇੱਥੇ ਛਾਤੀ ਦੇ ਵਿੱਚ ਧੱਸਦੇ ਨਹੀਂ ਹੈਗੀ, ਠੀਕ ਹੈ ਨਾ, 에ਅਰਬੈਗਸ ਦੇ ਨਾਲ। ਉਹ ਵੀ 에ਅਰਬੈਗਸ ਵੀ ਕਿਸਮਤ ਹੈ, ਖੁੱਲ ਗਏ ਤਾਂ ਵਧੀਆ ਗੱਲ ਹੈ, ਜੇ ਨਾ ਖੁੱਲੇ ਤਾਂ ਫਿਰ ਸਟੀਅਰਿੰਗ ਤਾਂ ਸੂਗਾ ਹੀ ਆਪਣੀ ਛਾਤੀ ਦੇ ਵਿੱਚ ਚਲਾ ਜਾਂਦਾ ਸਟੀਅਰਿੰਗ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਆਫਟਰ ਮੈਨੀ ਕੰਪਲੇਂਟਸ ਵਿਦ ਦ ਕੰਪਨੀ ਦੈਟ ਵੈਂਟ ਅਨਹਰਡ। ਕਹਿੰਦੇ ਬਹੁਤ ਸਾਰੀਆਂ ਕੰਪਲੇਂਟਸ ਕੀਤੀਆਂ ਪਰ ਕੰਪਨੀ ਨੇ ਇਗਨੋਰ ਕਰਤਾ। ਅਨਹਰਡ ਮਤਲਬ ਸੁਣੀ ਹੀ ਨਹੀਂ, ਠੀਕ ਹੈ। ਹੀ ਫਾਈਲਡ ਅ ਕੇਸ ਇਨ ਦ ਡਿਸਟ੍ਰਿਕਟ ਫੋਰਮ। ਪਹਿਲਾਂ ਮੈਨੂੰ ਆਏ ਦੱਸੋ ਕਿ ਉਹਨੇ ਸਹੀ ਫਾਈਲ ਕੀਤੀ ਹੈ ਕੰਪਲੇਂਟ? 15 ਲੱਖ ਰੁਪਏ ਅਮਾਊਂਟ ਹੈ, ਉਹਨੇ ਫਾਈਲ 15 ਲੱਖ ਰੁਪਏ ਅਮਾਊਂਟ ਹੈ, ਉਹਨੇ ਡਿਸਟ੍ਰਿਕਟ ਫਾਰਮ 'ਚ ਕੰਪਲੇਂਟ ਕੀਤੀ ਹੈ, ਸਹੀ ਹੈ, ਠੀਕ ਹੈ। ਕਿਉਂਕਿ 1 ਕਰੋੜ ਤੱਕ ਦੀ ਅਮਾਊਂਟ ਕਿੱਥੇ ਜਾਂਦੀ ਹੈ? ਡਿਸਟ੍ਰਿਕਟ ਫਾਰਮ 'ਚ। 1 ਕਰੋੜ ਤੱਕ ਦਾ ਧੋਖਾ ਕਿੱਥੇ ਜਾਂਦਾ ਹੈ? ਡਿਸਟ੍ਰਿਕਟ ਫਾਰਮ 'ਚ। ਤਾਂ ਉਹਨੇ ਸਹੀ ਕੰਪਲੇਂਟ ਕੀਤੀ ਹੈ, ਠੀਕ ਹੈ। ਹੀ ਵਾਜ਼ ਨੋਟ ਸੈਟਿਸਫਾਈਡ ਵਿਦ ਦ ਆਰਡਰਸ। ਆਰਡਰਸ ਦੇ ਨਾਲ ਉਹ ਸੈਟਿਸਫਾਈ ਨਹੀਂ ਹੋਇਆ ਆਫ ਦ ਡਿਸਟ੍ਰਿਕਟ ਫਾਰਮ। ਹੀ ਦੈਨ ਅਪੀਲਡ ਬਿਫੋਰ ਸਟੇਟ ਕਮਿਸ਼ਨ। ਉਹ ਕਿੱਥੇ ਚਲਾ ਗਿਆ? ਸਟੇਟ ਕਮਿਸ਼ਨ। And on being dissatisfied with the orders of state commission, he appealed before national commission. Sajauddin was not satisfied with the orders of national commission. National commission ਤੋਂ ਵੀ ਨਹੀਂ satisfied ਹੋਇਆ।
ਹੁਣ ਉਹਦੀ ਹਾਈਐਸਟ ਅਥਾਰਟੀ ਦੱਸੋ ਕਿੱਥੇ ਜਾ ਸਕਦਾ ਹੈ? ਸਾਰੇ ਰੋਂਗ। ਡਿਸਟ੍ਰਿਕਟ ਵਾਲਾ ਸਟੇਟ 'ਚ ਜਾ ਸਕਦਾ ਮੈਕਸਿਮਮ, ਸਟੇਟ ਵਾਲਾ ਨੈਸ਼ਨਲ 'ਚ ਜਾ ਸਕਦਾ ਮੈਕਸਿਮਮ, ਔਰ ਨੈਸ਼ਨਲ ਵਾਲਾ ਮੈਕਸਿਮਮ ਸੁਪਰੀਮ ਕੋਰਟ ਜਾ ਸਕਦਾ ਹੈ। ਜਿਹੜਾ ਬੰਦਾ ਡਿਸਟ੍ਰਿਕਟ ਫੋਰਮ ਦੇ ਵਿੱਚ ਕੰਪਲੇਂਟ ਕਰ ਰਿਹਾ ਉਹ ਮੈਕਸਿਮਮ ਸਟੇਟ ਕਮਿਸ਼ਨ ਤੱਕ ਹੀ ਅਪੀਲ ਕਰ ਸਕਦਾ ਹੈ। ਫਿਰ ਉਹ ਵੀ ਗਲਤ ਹੈ ਨਾ। ਉਹਨਾਂ ਨੇ ਆਪਾਂ ਨੂੰ ਕੁਐਸਚਨ ਕੀ ਪੁੱਛਿਆ ਹੈ ਉਹ ਵੀ ਦੱਸਦਾ ਹੈ suggest him the highest authority where he could appeal against the decision of the national commission। ਕਹਿੰਦੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਹਾਂਗੇ ਵੀ ਜਿਹੜੇ 1 ਕਰੋੜ ਤੱਕ ਦੇ ਕੰਪਲੇਂਟਸ ਹੁੰਦੀਆਂ, 1 ਕਰੋੜ ਤੱਕ ਦੀਆਂ ਕੰਪਲੇਂਟਸ ਉਹ ਕਿੱਥੇ ਦਰਜ ਕੀਤੀਆਂ ਜਾ ਸਕਦੀਆਂ? ਡਿਸਟ੍ਰਿਕਟ ਫੋਰਮ ਦੇ ਵਿੱਚ। ਡਿਸਟ੍ਰਿਕਟ ਫੋਰਮ ਤੋਂ ਅਨਸੈਟੀਸਫਾਈਡ ਪਰਸਨ ਮੈਕਸਿਮਮ ਸਟੇਟ ਕਮਿਸ਼ਨ ਜਾ ਸਕਦਾ ਹੈ, ਤਾਂ ਤੁਸੀਂ ਕਹ ਦੋਗੇ he cannot appeal with the national commission as well as with the supreme court because he can maximum appeal up to state commission, ਕਿਉਂਕਿ ਉਹ ਸਿਰਫ ਸਟੇਟ ਕਮਿਸ਼ਨ ਤੱਕ ਹੀ ਜਿਹੜੀ ਕੰਪਲੇਂਟ ਹੈ ਉਹ ਦਰਜ ਕਰ ਸਕਦਾ। ਸਟੇਟ ਵਾਲਾ ਸਿਰਫ ਨੈਸ਼ਨਲ ਤੱਕ, ਨੈਸ਼ਨਲ ਵਾਲਾ ਸੁਪਰੀਮ। ਠੀਕ ਹੈ, ਗੱਲ ਸਮਝ ਗਏ ਸਾਰੇ? ਤਾਂ ਇਸ ਤਰੀਕੇ ਦੇ ਨਾਲ ਇਹ ਕੁਐਸਚਨ ਵੀ ਕਲੀਅਰ ਹੋ ਗਿਆ। ਠੀਕ ਹੈ, ਇੱਕ ਇਹ ਕੁਐਸਚਨ ਦੇ ਵਿੱਚ ਬੱਚੇ ਤੋਂ ਬਹੁਤ ਜ਼ਿਆਦਾ ਗਲਤੀ ਹੁੰਦੀ ਹੈ, ਔਰ ਇਹ ਕੇਸ ਸਟੱਡੀ ਪੁੱਛੀ ਵੀ ਬਹੁਤ ਵਾਰੀ ਗਈ ਹੈ। ਸਜਾਉਦੀਨ ਪਰਚੇਜ਼ਡ ਅ ਕਾਰ ਫॉर 15 lakhs ਵਗੈਰਾ। ਠੀਕ ਹੈ, ਹਾਂ, ਜਿਹੜੀ ਇਹ ਕੇਸ ਸਟੱਡੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਜਿਹੜਾ ਡਿਸਟ੍ਰਿਕਟ ਫੋਰਮ ਤੇ ਬੰਦਾ ਕੰਪਲੇਂਟ ਕਰ ਰਿਹਾ ਹੈ ਉਹ ਵੱਧ ਤੋਂ ਵੱਧ ਵੱਧ ਤੋਂ ਵੱਧ ਸਟੇਟ ਕਮਿਸ਼ਨ ਤੱਕ ਹੀ ਕੰਪਲੇਂਟ ਅਪੀਲ ਕਰ ਸਕਦਾ ਹੈ। ਠੀਕ ਹੈ, ਸਟੇਟ ਵਾਲਾ ਨੈਸ਼ਨਲ ਤੱਕ, ਨੈਸ਼ਨਲ ਵਾਲਾ ਸੁਪਰੀਮ ਕੋਰਟ ਤੱਕ। ਹੁਣ ਉਹ ਬੰਦਾ ਕਹਿੰਦਾ ਉਹਨੇ ਕੰਪਲੇਂਟ ਕਿੱਥੇ ਕੀਤੀ ਸੀ? ਡਿਸਟ੍ਰਿਕਟ ਫੋਰਮ। ਮੈਕਸਿਮਮ ਕਿੱਥੇ ਕੰਪਲੇਂਟ ਕਰ ਸਕਦਾ ਉਹ? ਸਟੇਟ। ਤਾਂ ਉਹ ਕਹਿੰਦੇ ਨੈਸ਼ਨਲ 'ਚ ਵੀ ਕਰ ਰਿਹਾ, ਨੈਸ਼ਨਲ ਤੋਂ ਉਹ ਕਿੱਥੇ ਜਾਵੇ? ਪਹਿਲਾਂ ਤਾਂ ਆਪਾਂ ਉਹਨੂੰ ਇਹੀ ਕਹਿ ਦਾਂਗੇ ਕਲੈਰਿਟੀ ਦੇ ਕੇ ਕਿ ਜਿਹੜਾ ਡਿਸਟ੍ਰਿਕਟ ਫਾਰਮ ਵਾਲਾ ਬੰਦਾ ਹੈ ਉਹ ਮੈਕਸਿਮਮ ਸਟੇਟ ਕਮਿਸ਼ਨ 'ਚ ਹੀ ਕੰਪਲੇਂਟ ਕਰ ਸਕਦਾ ਹੈ। ਠੀਕ, ਹਾਂ, ਇੱਕ ਸਟੈਪ ਅੱਗੇ ਜਾ ਸਕਦਾ ਹੈ। ਹੀ ਕੈਨ ਨਾਟ ਗੋ ਫॉरवर्ड ਫॉर ਅਪੀਲ ਵਿਦ ਨੈਸ਼ਨਲ ਕਮਿਸ਼ਨ ਐਂਡ ਦਾ ਸੁਪਰੀਮ। ਗੱਲ ਸਮਝ ਗਏ? ਇਹ ਆਪਣਾ ਉੱਥੇ ਆਰਗੂਮੈਂਟ ਹੋਊਗਾ ਫਿਰ ਕੁਐਸਚਨ ਦੇ ਵਿੱਚ। ਠੀਕ ਹੈ, ਕਲੀਅਰ ਹੈ ਸਾਰਿਆਂ ਨੂੰ? ਇਹ ਸਰ ਪਹਿਲਾਂ ਆਪਾਂ ਇੱਕ ਕੁਐਸਚਨ ਕੀਤਾ ਸੀ ਗੋਲਡ, ਉਹ ਸਾਰੇ ਕਿਵੇਂ ਬਣਦੇ? ਕਿਹੜਾ? ਗੋਲਡ ਇਅਰਿੰਗਸ ਲੈਤੇ ਨਹੀਂ, ਫਿਰ ਉਹਨੇ ਸਾਰੇ ਕਿਤੇ ਕੰਪਲੀਟ ਕਿਵੇਂ ਕਰਨੀ? ਨਹੀਂ, ਉਹ ਇਸ ਤਾਂ ਗੱਲ ਹੀ ਨਹੀਂ ਹੋਈ ਸੀ। ਆ ਦੇਖੋ, ਹਾਂ, ਕੁਐਸਚਨ ਚ ਉਹਨੇ ਆਏਗਾ ਸੀ ਨਾ, ਹੀ ਫਾਈਲਡ ਅ ਕੰਪਲੇਂਟ ਇਨ ਦਾ ਡਿਸਟ੍ਰਿਕਟ ਫੋਰਮ, he filed a complaint in the district forum which rejected it, not satisfied the decision of district forum. She was very much disturbed and after 2 months decided to appeal further। ਅੱਗੇ ਜਾਣਾ ਚਾਹੁੰਦੀ ਸੀ, ਉਹਦੇ 'ਚ ਤਾਂ ਗੱਲ ਨਹੀਂ। ਠੀਕ ਹੈ, ਚਲੋ ਕਲੀਅਰ ਹੋ ਗਿਆ ਇਹ ਪੁਆਇੰਟ? ਠੀਕ ਹੈ ਵੀ ਸਾਰਿਆਂ ਨੂੰ ਕਲੀਅਰ ਹੈ? ਜਿਹੜੇ ਕੋਈ ਮਿਨੀਮਮ ਅਮਾਉਂਟ ਤਾਂ ਨਹੀਂ ਹੁੰਦੀ ਹੈ ਕਿ ਘੱਟ ਅਮਾਉਂਟ ਨਹੀਂ, ਮਿਨੀਮਮ ਕੋਈ ਨਹੀਂ। 5 ਰੁਪਏ ਦਾ 5000 ਤੂੰ ਉਹਨੂੰ ਆਪਦੇ ਕੋਲ ਦੇ ਆਉਂਦਾ, ਕਾਹਦੇ ਵਾਸਤੇ ਜਾਣਾ ਕੋਰਟ 'ਚ? ਚਲੋ ਸੁਣੋ, ਜਾਣਾ ਚਲੇ ਆਓ, ਕੋਈ ਗੱਲ ਨਹੀਂ। 5 ਦਾ 5 ਲੱਖ ਲੱਗ ਜਾਓ, ਫਿਰ ਬੈਠੇ ਰਹੀਓ। ਨੈਕਸਟ ਦੇਖੋ, ਕੁਐਸਚਨ ਨੰਬਰ, ਧਿਆਨ ਨਾਲ ਸੁਣੋ। ਅਗਲਾ ਇਹ ਵੀ ਬਹੁਤ ਵਾਰੀ ਪੇਪਰ 'ਚ ਆਇਆ ਹੈ ਔਰ ਇਸ ਤਰ੍ਹਾਂ ਦਾ ਕੁਐਸਚਨ ਹੀ ਮੈਂ ਕਹਿੰਦਾ ਸੀ ਕਿ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਪ੍ਰਖਰ purchased an ISI marked electric iron from Bharat Electricals। ठीक है, भारत इलेक्ट्रिकल्स तो उसने एक प्रखर ने ISI marked इलेक्ट्रॉनिक आयरन खरीदी। While using he found that it was not working properly, वो properly work नहीं कर रही। He approached the seller and complained for the same। वो seller को चला गया, seller कौन है? भारत इलेक्ट्रिकल्स। ਉਹਦੇ ਕੋਲ ਚਲਾ ਗਿਆ ਕੰਪਲੇਂਟ ਕਰਨ ਵਾਸਤੇ। द seller satisfies प्रखर by saying that he will ask the manufacturer to replace the iron। ਉਹ ਕਹਿੰਦਾ ਕਿ ਮੈਂ ਮੈਨੂਫੈਕਚਰਰ ਨਾਲ ਗੱਲ ਕਰ ਲੂੰਗਾ ਵੀ ਉਹ ਇਹਨੂੰ ਰਿਪਲੇਸ ਕਰਕੇ ਦੇ ਦੇਣਗੇ। द मैन्युफैक्चरर रिफ्यूज टू रिप्लेस। मैन्युफैक्चरर ਜਿਹੜਾ ਹੈ ਉਸਨੇ ਰਿਫਿਊਜ਼ ਕਰਤਾ ਰਿਪਲੇਸ ਕਰਨ ਦੇ ਲਈ। ਐਂਡ ਭਾਰਤ ਇਲੈਕਟ੍ਰੀਕਲ ਡਿਸਾਈਡਡ ਟੂ ਫਾਈਲ ਅ ਕੰਪਲੇਂਟ ਇਨ ਦਾ ਕੰਜ਼ਿਊਮਰ ਕੋਰਟ। ਔਰ ਭਾਰਤ ਇਲੈਕਟ੍ਰੀਕਲ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਕੰਜ਼ਿਊਮਰ ਕੋਰਟ ਦੇ ਵਿੱਚ ਕੀ ਕਰਾਂਗੇ? ਕੇਸ ਕਰਾਂਗੇ। ਕਿ ਮੈਨੂੰ ਇਹ ਦੱਸੋ ਕਿ ਭਾਰਤ ਇਲੈਕਟ੍ਰੀਕਲਸ ਜਿਹੜਾ ਹੈ ਉਹ ਕੰਪਲੇਂਟ ਦਰਜ ਕਰ ਸਕਦਾ ਹੈ? ਭਾਰਤ ਇਲੈਕਟ੍ਰੀਕਲ ਹੀ ਇਜ਼ ਅ ਸੈਲਰ, ਕਿ ਸੈਲਰ ਕੰਪਲੇਂਟ ਕਰ ਸਕਦਾ ਹੈ? ਐਕਟ ਕਿਹੜਾ ਇਹ? ਕੰਜ਼ਿਊਮਰ ਪ੍ਰੋਟੈਕਸ਼ਨ। ਕੰਜ਼ਿਊਮਰ ਕਰ ਸਕਦਾ ਹੈ। ਕੌਣ ਕਰ ਸਕਦਾ? ਪ੍ਰਖਰ ਕਰ ਸਕਦਾ ਸੀ, ਬਟ ਭਾਰਤ ਇਲੈਕਟ੍ਰੀਕਲਸ ਕੰਪਲੇਂਟ ਨਹੀਂ ਕਰ ਸਕਦਾ। ਗੱਲ ਸਮਝ ਗਏ ਨਾ? ਤਾਂ ਭਾਰਤ ਇਲੈਕਟ੍ਰੀਕਲਸ ਕੈਨ ਨਾਟ ਫਾਈਲ ਅ ਕੰਪਲੇਂਟ। ਵਾਈ? ਕਿਉਂ ਨਹੀਂ ਕਰ ਸਕਦਾ? ਕਿਉਂਕਿ ਜਿਹੜਾ ਭਾਰਤ ਇਲੈਕਟ੍ਰੀਕਲਸ ਹੈ ਇਹ ਇੱਕ ਸੈਲਰ ਹੈ। ਸੈਲਰ ਕੰਪਲੇਂਟ ਦਰਜ ਨਹੀਂ ਕਰ ਸਕਦਾ।
ਤਾਂ ਕੌਣ ਕੰਪਲੇਂਟ ਦਰਜ ਕਰ ਸਕਦਾ ਹੈ, ਇਹ ਕੁਐਸਚਨ ਰਾਈਜ਼ ਹੋ ਗਿਆ। ਹੁਣ ਇਹ ਪੇਪਰ 'ਚ ਕੁਐਸਚਨ ਆਇਆ ਨਾ ਇੱਕ ਵਾਰੀ 3 ਨੰਬਰ 'ਚ, ਕਿ ਤੁਸੀਂ ਇੱਕ ਲਾਈਨ ਲਿਖ ਕੇ ਆਓਗੇ 3 ਨੰਬਰ 'ਚ, CBSE ਨੇ ਪੁੱਛਣਾ ਵੀ ਨਹੀਂ, ਅੱਧਾ ਨੰਬਰ ਦੇਣਗੇ ਉਹ। ਗੱਲ ਸਮਝ ਗਏ ਨਾ? ਤਾਂ ਕੁਐਸਚਨ ਦਾ ਆਨਸਰ ਕਿਵੇਂ ਇਫੈਕਟਿਵ ਬਣਾਈਦਾ ਹੈ? ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਲਿਖੋਗੇ ਨੋ ਹੀ ਕੈਨ ਨਾਟ ਫਾਈਲ ਅ ਕੰਪਲੇਂਟ। ਕੌਣ ਫਾਈਲ ਕੰਪਲੇਂਟ ਕਰ ਸਕਦਾ ਹੈ, ਉਹ ਮੈਂ ਤੁਹਾਨੂੰ ਯਾਦ ਕਰੋ ਪੜਾਇਆ ਸੀ। ਹੂ ਕੈਨ ਫਾਈਲ ਅ ਕੰਪਲੇਂਟ? ਕੰਜ਼ਿਊਮਰ ਬਾਡੀ, ਸੈਂਟਰ ਗਵਰਨਮੈਂਟ, ਸਟੇਟ ਗਵਰਨਮੈਂਟ, ਉਹ ਸਾਰੀਆਂ ਚੀਜ਼ਾਂ ਆਪਾਂ ਪੜ੍ਹੀਆਂ ਸੀ 5-6 ਪੁਆਇੰਟਸ, ਉਹ ਸਾਰੇ ਕੰਪਲੇਂਟ ਦਰਜ ਕਰ ਸਕਦੇ ਆ। ਠੀਕ ਹੈ, ਅੱਗੇ ਕੀ ਪੁੱਛਿਆ? ਐਂਡ ਐਕਸਪਲੇਨ ਹੂ ਇਜ਼ ਕੰਜ਼ਿਊਮਰ ਐਜ਼ ਪਰ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019। ਤਾਂ ਤੁਸੀਂ ਦੇਖੋ ਕੰਜ਼ਿਊਮਰ ਦੀ ਡੈਫੀਨੇਸ਼ਨ ਪੁੱਛ ਲਈ, ਹੂ ਇਜ਼ ਕੰਜ਼ਿਊਮਰ। ਯਾਦ ਕਰੋ ਮੈंने ਤੁਹਾਨੂੰ ਕੱਲਾ ਵਰਡ ਸਮਝਾਇਆ ਸੀ ਕੰਜ਼ਿਊਮਰ ਦੀ ਡੈਫੀਨੇਸ਼ਨ ਕੌਣ ਲੱਗੇ, ਔਰ ਕੀ ਕਿਹਾ ਸੀ ਕਿ ਕੰਜ਼ਿਊਮਰ ਮੀਨਸ ਅ ਪਰਸਨ ਹੂ ਬਾਇਜ਼ द गुड्स फॉर अ कंसिडरेशन। ठीक है, पेड और पार्टली पेड, पेड और promised, partly paid और partly promised, और एनी अदर सिस्टम ऑफ डेफर्ड पेमेंट। सिमिलरली सर्विसेज के केस च ਆਪਾਂ ਗੱਲ ਕੀਤੀ ਸੀ ਅਵੇਲਸ ਔਰ ਹਾਇਰਸ। ਗੱਲ ਸਮਝ ਗਏ ਸਾਰੇ? ਇਹ ਆਪਣੀ ਕੰਜ਼ਿਊਮਰ ਦੀ ਡੈਫੀਨੇਸ਼ਨ ਸੀ। ਠੀਕ ਹੈ ਨਾ? ਕੇਸ ਸਟੱਡੀਜ਼ ਦੇਖੋ ਬਿਲਕੁਲ ਈਜ਼ੀ ਹੈ, ਬਸ ਇਸ ਤਰ੍ਹਾਂ ਦੀਆਂ ਕੇਸ ਸਟੱਡੀਜ਼ ਤੁਹਾਨੂੰ ਪੁੱਛਣਗੇ ਉਹ। ਉਸ ਤੋਂ ਬਾਅਦ ਨੈਕਸਟ ਕੇਸ ਸਟੱਡੀ ਦੇਖਦੇ ਆਪਾਂ ਕੋਈ। अच्छा दसो, एस्टैब्लिशिंग कंज्यूमर सर्विस सेल इज द एग्जांपल ऑफ विच कंज्यूमर राइट? बहुत बढ़िया क्वेश्चन है। एस्टैब्लिशिंग कंज्यूमर सर्विस सेल, ठीक है, जिवें कंज्यूमर ग्रीवियंस सेल एस्टैब्लिश करना इज एग्जांपल ऑफ विच कंज्यूमर राइट? ऑप्शंस नहीं मिलती। राइट याद करो पहला तो केड़े केड़े? राइट टू सेफ्टी, राइट टू चूज, राइट टू इंफॉर्मेशन, राइट टू सीक रिड्रेसल, राइट टू बी हर्ड एंड राइट टू कंज्यूमर एजुकेशन। ये तो 6 ऑप्शन दी मैं, सोचो करो। नॉलेज राइट टू चूज, ਇਹਦੀ ਚੂਜ਼ ਦੀ ਕਿੱਥੋਂ ਕਰਦੇ? ਰਾਈਟ ਟੂ ਬੀ ਹਰਡ। ਠੀਕ ਹੈ ਨਾ? ਕਿਉਂਕਿ ਜੇਕਰ ਤੁਹਾਡੇ ਨਾਲ ਕੋਈ ਵੀ ਪ੍ਰੋਬਲਮ ਆਉਂਦੀ ਹੈ ਜਾਂ ਤੁਹਾਨੂੰ ਕੋਈ ਵੀ ਧੋਖਾ ਹੁੰਦਾ ਹੈ ਤਾਂ ਕਹਿੰਦੇ ਤੁਸੀਂ ਉਸ ਦੀ ਸੁਣਵਾਈ ਕਰ ਸਕਦੇ ਹੋ। ਕਿੱਥੇ? ਸੈੱਲ ਦੇ ਵਿੱਚ। ਠੀਕ ਹੈ, ਜਾਂ ਤਾਂ ਪਹਿਲਾਂ ਸੈੱਲ 'ਚ ਜਾਓਗੇ, ਆਰਗੇਨਾਈਜੇਸ਼ਨ ਦੇ ਦੁਆਰਾ ਸਟੈਬਲਿਸ਼ਡ ਗ੍ਰੀਵੀਅੰਸ ਸੈੱਲ ਦੇ ਵਿੱਚ ਕੰਪਲੇਂਟ ਕਰੋਗੇ। ਜੇ ਉਹਨਾਂ ਨੇ ਨਹੀਂ ਸੁਣੀ ਤਾਂ ਅਸੀਂ ਕਿੱਥੇ ਜਾਵਾਂਗੇ? ਕੋਰਟ ਦੇ ਵਿੱਚ। ਉਹ ਕਹਿੰਦੇ ਐਸਟੈਬਲਿਸ਼ਿੰਗ ਕੰਜ਼ਿਊਮਰ ਸਰਵਿਸ ਸੈੱਲ। ਸਰਵਿਸ ਸੈੱਲ ਮਤਲਬ ਗ੍ਰੀਵੀਅੰਸ ਸੈੱਲ। ਕੰਪਲੇਂਟ ਕਿੱਥੇ ਕਰਾਂਗੇ? ਹੈ ਕੰਜ਼ਿਊਮਰ ਕੰਪਲੇਂਟ ਸੈੱਲ। ਠੀਕ ਹੈ, ਕੰਜ਼ਿਊਮਰ ਕੰਪਲੇਂਟ ਸੈੱਲ ਦੇ ਵਿੱਚ ਆਪਾਂ ਕੰਪਲੇਂਟ ਕਰਾਂਗੇ। ਠੀਕ ਹੈ, ਚਲੋ ਹੁਣ ਦੱਸੋ। ਟੂ ਪਬਲਿਸ਼ ਅ ਮੈਗਜ਼ੀਨ ਅੰਡਰ ਦਾ ਟਾਈਟਲ ਉਪਭੋਗਤਾ ਜਾਗਰਣ ਇਜ਼ ਦਾ ਐਗਜ਼ਾਮਪਲ ਆਫ ਵਿਚ ਕੰਜ਼ਿਊਮਰ ਰਾਈਟ? उपभोक्ता जागरण इज द एग्जांपल ऑफ which consumer right? To publish a magazine under the title उपभोक्ता जागरण is the example of which consumer right? Right to consumer education। उपभोक्ता जागरण, जागो ग्राहक जागो, दूरदर्शन ਦੇ ਉੱਤੇ ਟੈਲੀਕਾਸਟ ਆਉਂਦਾ ਹੈ। संरक्षण उपभोक्ता का, ये ਜਿਹੜੇ ਸਾਰੇ ਦੇ ਸਾਰੇ ਪ੍ਰੋਗਰਾਮ ਹੈ, these are organized to aware the rights, to aware about the rights to the consumer। ਕੰਜ਼ਿਊਮਰਸ ਨੂੰ ਅਵੇਅਰ ਕਰਨ ਦੇ ਵਾਸਤੇ ਜਿਹੜੇ ਰਾਈਟਸ ਨੇ, ਮਤਲਬ ਕਿ ਜਿਹੜੇ ਪ੍ਰੋਗਰਾਮਸ ਨੇ ਉਹ ਕੰਡਕਟ ਕੀਤੇ ਜਾਂਦੇ ਨੇ, ਆਰਗੇਨਾਈਜ਼ ਕੀਤੇ ਜਾਂਦੇ ਨੇ ਤਾਂ ਕਿ ਕੰਜ਼ਿਊਮਰਸ ਨੂੰ ਉਹਨਾਂ ਦੇ ਰਾਈਟ ਪ੍ਰਤੀ ਜਾਣਕਾਰੀ ਦਿੱਤੀ ਜਾ ਸਕੇ। ਕਲੀਅਰ ਹੈ? ਤਾਂ ਦੇਖੋ ਇੰਨੀਆਂ ਸੌਖੀਆਂ ਕੇਸ ਸਟੱਡੀਜ਼ ਨੇ, ਇਹ ਇਦੋਂ ਸੌਖੀਆਂ ਕੇਸ ਸਟੱਡੀਜ਼ ਨਹੀਂ ਆ ਸਕਦੀਆਂ। ਇੱਕ ਲਾਸਟ ਕੇਸ ਸਟੱਡੀ ਆਪਾਂ ਹੋਰ ਕਰਦੇ ਹਾਂ। ਹੁਣ ਥੋੜੀ ਕੇਸ ਸਟੱਡੀ ਵੱਡੀ ਹੈ, ਧਿਆਨ ਨਾਲ ਸੁਣਨਾ। ਅਮਨ ਅ ਡਿਗਰੀ ਹੋਲਡਰ, ਅਮਨ ਇੱਕ ਡਿਗਰੀ ਹੋਲਡਰ ਹੈ ਇੱਕ in entrepreneurship came to know about पिपलंतरी village। कोई पिपला वाला विलेज होगा कोई, ठीक है ना? पिपली विलेज है डालो कुछ भी, located in राजस्थान। ठीक है, where in 2006 an initiative was started। उन्हें एक initiative चुकिया कि in which 111 trees are planted every time a girl child born। ਜਦੋਂ ਵੀ ਕੋਈ ਲੜਕੀ ਜਨਮ ਲਊਗੀ ਤਾਂ ਉਹ ਕਹਿੰਦਾ ਕਿ 111
ਦਰਖਤ ਜਿਹੜੇ ਨੇ ਉਹ ਲਗਾਏ ਜਾਣਗੇ। ਉਹਨੇ ਇੱਕ ਇਨੀਸ਼ੀਏਟਿਵ ਚੁੱਕਿਆ ਹੈ, ਠੀਕ ਹੈ। ਉਸ ਤੋਂ ਬਾਅਦ ਟੂ ਕੀਪ ਟਰਮਾਈਟਸ ਅਵੇ ਫਰੋਮ ਦਾ ਟਰੀਜ਼ ਦਾ ਵਿਲੇਜਰਸ ਹੈਵ ਪਲਾਂਟਡ 2.5 ਐਲੋਵੇਰਾ ਪਲਾਂਟਸ ਅਰਾਊਂਡ ਦਾ ਟਰੀਜ਼। ਤਾਂ ਆਪਾਂ ਕਹਾਂਗੇ ਕਿ ਜਿਹੜੇ ਵਿਲੇਜਰਸ ਨੇ ਇਸ ਮਤਲਬ ਪ੍ਰੋਗਰਾਮ ਦੇ ਤਹਿਤ 2.5 ਮਿਲੀਅਨ ਐਲੋਵੇਰਾ ਪਲਾਂਟਸ ਜਿਹੜੇ ਨੇ ਉਹ ਗਰੋ ਕੀਤੇ। This had turned the village into oasis as a planting of the trees led to higher water levels। ਔਰ ਇਸ ਤਰ੍ਹਾਂ ਟਰੀਜ਼ ਨੂੰ ਪਲਾਂਟ ਕਰਨ ਦੇ ਨਾਲ ਪਾਣੀ ਦਾ ਲੈਵਲ ਜਿਹੜਾ ਹੈ ਉੱਚਾ ਆ ਗਿਆ, ਠੀਕ ਹੈ ਨਾ। ਇਹ ਸੱਚੀ ਗੱਲ ਹੈ ਕੀ ਚੀਜ਼? ਹਾਂ ਬਿਲਕੁਲ। ਅਗਰ ਆਪਾਂ ਕਹੀਏ ਨਾ ਵੀ ਜਿਹੜੇ ਟਰੀਜ਼ ਹੈ, ਟਰੀਜ਼ ਨੂੰ ਉਗਾਉਣ ਦੇ ਨਾਲ ਆਪਾਂ ਨੂੰ ਲੱਗਦਾ ਵੀ ਜਿਹੜਾ ਪਾਣੀ ਦਾ ਲੈਵਲ ਇੰਨਾ ਜ਼ਿਆਦਾ ਨੀਚੇ ਜਾ ਰਿਹਾ। ਦਰਖਤ ਜਿਹੜੇ ਨੇ ਉਹਨਾਂ 'ਚ ਪਾਵਰ ਹੁੰਦੀ ਹੈ, ਦਰਖਤ ਦੀ ਜਿਹੜੀ ਜੜ ਹੁੰਦੀ ਹੈ ਨਾ ਉਹ ਧਰਤੀ ਦੇ ਥੱਲੋਂ ਪਾਣੀ ਜਿਹੜਾ ਹੈਗਾ ਉਹਨੂੰ ਖਿੱਚਦੀ ਹੈ, ਠੀਕ ਹੈ ਨਾ। ਤਾਂ ਜਦੋਂ ਧਰਤੀ ਦੇ ਥੱਲੇ ਦਰਖਤ ਹੀ ਇੰਨੇ, ਧਰਤੀ ਦੇ ਉੱਪਰ ਦਰਖਤ ਇੰਨੇ ਲੱਗੇ ਹੋਣਗੇ ਤਾਂ ਪਾਣੀ ਦਾ ਲੈਵਲ ਉੱਚਾ ਆਊਗਾ। ਗੱਲ ਸਮਝ ਗਏ? ਇਹ ਰਿਐਲਿਟੀਜ਼ ਨੇ, ਇਹ ਨੈਚੁਰਲ ਕਾਜ਼ ਹੈ ਸਾਰਾ ਇਹ, ਠੀਕ ਹੈ ਨਾ। ਇਹ ਨੈਚੁਰਲ ਚੀਜ਼ਾਂ ਨੇ ਜਿਹੜੀਆਂ ਹੁੰਦੀਆਂ। ਕਲੀਅਰ ਹੈ? ਹਾਲੇ ਤਾਂ ਮੈਨੇ ਥੋੜੇ ਟਾਈਮ ਪਹਿਲਾਂ ਨਾ ਐਗਰੀਕਲਚਰ ਪੜ੍ਹੀ ਸੀਗੀ, ਐਗਰੀਕਲਚਰ ਦੇ ਟੌਪਿਕਸ ਪੜ੍ਹੇ ਸੀਗੇ ਤੇ ਐਗਰੀਕਲਚਰ ਦੇ ਵਿੱਚ ਮੈਂ ਕਹਿੰਦਾ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਦਾ। ਐਗਰੀਕਲਚਰ ਦੇ ਵਿੱਚ ਐਗਰੋ ਫੋਰੈਸਟਰੀ ਇੱਕ ਬਹੁਤ ਅੱਛਾ ਟੌਪਿਕ ਹੈ। ਐਗਰੋ ਫੋਰੈਸਟਰੀ ਮੈਨੂੰ ਲੱਗਦਾ ਪੰਜਾਬ 'ਚ ਤਾਂ ਯੂਜ਼ ਹੀ ਨਹੀਂ ਹੁੰਦੀ ਕਿ ਬੈਂਬੂਸ ਵੀ ਉਗਾ ਰਹੇ ਜਾਂ ਕ੍ਰੌਪਸ ਵੀ ਉਗਾ ਰਹੀਆਂ ਔਰ ਨਾਲ ਐਨੀਮਲ ਹਸਬੈਂਡਰੀ ਵੀ ਕੀਤੀ ਜਾ ਰਹੀ ਹੈ। ਤਿੰਨੋਂ ਸੇਮ ਪੀਸ ਆਫ ਲੈਂਡ ਦੇ ਉੱਤੇ ਕੀਤੀਆਂ ਜਾ ਰਹੀਆਂ। ਉਹ ਨਹੀਂ ਕਰਦੇ, ਬਿਲਕੁਲ ਕਰਦੇ ਨਹੀਂ, ਪਰ ਉਹਦਾ ਫਾਇਦਾ ਬਹੁਤ ਜ਼ਿਆਦਾ ਹੈ, ਲੌਂਗ ਟਰਮ ਬੈਨੀਫਿਟ ਬਹੁਤ ਜ਼ਿਆਦਾ ਉਹਦਾ। ਨੈਕਸਟ ਹੈਗਾ ਅਮਨ ਡਿਸਾਈਡਡ ਟੂ ਵਿਜ਼ਿਟ ਦਾ ਵਿਲੇਜ ਟੂ ਸਟਾਰਟ ਅ ਨਿਊ ਬਿਜ਼ਨਸ ਯੂਨਿਟ। ਕਹਿੰਦੇ ਉਹ ਕੀ ਹੈ, ਵਿਲੇਜ ਦੇ ਵਿੱਚ ਉਸਨੇ ਵਿਜ਼ਿਟ ਕੀਤਾ ਵੀ ਆਪਾਂ ਕੋਈ ਨਵਾਂ ਬਿਜ਼ਨਸ ਯੂਨਿਟ ਸਟਾਰਟ ਕਰਦੇ ਹਾਂ ਫॉर ਦਾ ਪ੍ਰੋਸੈਸਿੰਗ ਐਂਡ ਮਾਰਕੀਟਿੰਗ ਆਫ ਐਲੋਵੇਰਾ ਇਨਟੂ ਜੂਸ, ਜੈਲ ਔਰ ਅਦਰ ਪ੍ਰੋਡਕਟਸ। ਉਹਨੇ ਐਲੋਵੇਰਾ ਦਾ ਯੂਜ਼ ਕਰਕੇ ਨਾ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟਸ ਤਿਆਰ ਕਰਨ ਦੀ ਗੱਲ ਕੀਤੀ। However, on visiting the village, Aman found that villagers were suffering exploitation at the hands of local merchants who were engaged in unscrupulous exploitative trade practices like hoarding and black marketing of food products and also selling unsafe adulterated products to the villagers। ਹੁਣ ਇਹ ਸਾਰੇ ਗਲਤ ਕੰਮ ਹੋ ਰਹੇ ਨੇ ਇਸ ਪੈਰੇ ਦੇ ਵਿੱਚ, ਹੈ ਨਾ। ਉਹ ਸਹੀ ਕਰਨਾ ਚਾਹੁੰਦਾ ਸੀ ਪਰ ਇਸ ਪੈਰੇ 'ਚ ਕੀ ਹੋ ਰਿਹਾ, ਗਲਤ ਕੰਮ ਹੋ ਰਿਹਾ ਹੈ। ਤਾਂ ਆਫਟਰ ਲੁਕਿੰਗ ਐਟ देयर plight, instead of business organization, he decided to set up an organization for the protection and promotion of the consumer interest of the villagers। ਉਹ ਪਤਾ ਕੀ ਚਾਹੁੰਦੇ ਆ, ਜਿਹੜਾ ਹੁਣ ਉਹ ਬੰਦਾ ਸੀ ਅਮਨ, ਉਹ ਕਹਿੰਦਾ ਯਾਰ ਮਾਰੋ ਗੋਲੀ, ਬਿਜ਼ਨਸ ਆਰਗੇਨਾਈਜੇਸ਼ਨ ਬਾਅਦ ਚ ਸਟੈਬਲਿਸ਼ ਕਰਾਂਗੇ, ਪਹਿਲਾਂ ਇਹਨਾਂ ਨੂੰ ਸਬਕ ਸਿਖਾ ਦਈਏ। ਕੌਣ? ਜਿਹੜੇ ਆਪਣੇ ਕੰਜ਼ਿਊਮਰ ਆਰਗੇਨਾਈਜੇਸ਼ਨਸ ਧੋਖਾ ਕਰ ਰਹੀਆਂ ਸੀ ਕੰਜ਼ਿਊਮਰਸ ਦੇ ਨਾਲ। ਉਹਨੇ ਕੀ ਕੀਤਾ, ਕਹਿੰਦਾ ਇੱਕ NGO ਬਣਾ ਲਈ ਉਸਨੇ। NGO ਬਣਾ ਲਈ, NGO ਨੂੰ ਮੈਂ ਕੀ ਕਿਹਾ, ਕੰਜ਼ਿਊਮਰ ਆਰਗੇਨਾਈਜੇਸ਼ਨ। ਉਸਨੇ ਇੱਕ NGO ਬਣਾ ਲਈ ਔਰ NGO ਜਿਹੜੀ ਹੈ ਤਾਂ ਕਿ ਕੰਜ਼ਿਊਮਰ ਦੇ ਇੰਟਰਸਟ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਹੁਣ ਕੁਐਸਚਨ ਦੇਖੋ ਕੀ ਆਇਆ, ਇੰਨੀ ਵੱਡੀ ਕੇਸ ਸਟੱਡੀ ਪੜ੍ਹ ਕੇ ਕੁਐਸਚਨ ਦੇਖੋ ਕੀ ਆਇਆ, ਬਿਲਕੁਲ ਬੇਕਾਰ ਕੁਐਸਚਨ, ਕੇਸ ਸਟੱਡੀ ਪੜ੍ਹਨ ਦੀ ਲੋੜ ਨਹੀਂ ਸੀ। ਸਟੇਟ ਦਾ ਫੰਕਸ਼ਨਸ that the organization established by Aman will be performing। ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਜਦੋਂ ਆਪਾਂ ਇਹ ਕੁਐਸਚਨ ਹੀ ਪੜ੍ਹ ਲਿਆ ਮੈਨੂੰ ਲੱਗਦਾ ਨਹੀਂ ਕੇਸ ਸਟੱਡੀ ਪੜ੍ਹਨ ਦੀ ਲੋੜ ਪਊਗੀ, ਕਿਉਂਕਿ ਕੰਜ਼ਿਊਮਰ ਪ੍ਰੋਟੈਕਸ਼ਨ ਵਾਲੇ ਚੈਪਟਰ ਦੇ ਵਿੱਚ ਆਰਗੇਨਾਈਜੇਸ਼ਨਸ ਦੀ ਅਗਰ ਗੱਲ ਕੀਤੀ ਗਈ ਹੈ ਤਾਂ ਉਹ ਕੰਜ਼ਿਊਮਰ ਆਰਗੇਨਾਈਜੇਸ਼ਨਸ ਦੀ ਗੱਲ ਕੀਤੀ ਗਈ ਹੈ ਜਾਂ ਬਿਜ਼ਨਸ ਆਰਗੇਨਾਈਜੇਸ਼ਨ ਦੀ। ਔਰ ਨਾਲ ਉਹਨਾਂ ਨੇ ਕਿਹਾ ਫੰਕਸ਼ਨ ਲਿਖੋ। ਫੰਕਸ਼ਨ ਆਪਾਂ ਨੂੰ ਸਿਰਫ ਕੰਜ਼ਿਊਮਰ ਆਰਗੇਨਾਈਜੇਸ਼ਨ ਦੀ ਗਿਵਨ ਹੈ ਸਾਰੇ ਚੈਪਟਰ 'ਚ। ਤਾਂ ਇਹਦਾ ਮਤਲਬ ਕੇਸ ਸਟੱਡੀ ਤਾਂ ਪੜ੍ਹਨ ਦੀ ਵੀ ਲੋੜ ਨਹੀਂ ਸੀ, ਸਿੱਧਾ ਫੰਕਸ਼ਨ ਵੀ ਲਿਖੇ ਜਾ ਸਕਦੇ ਸੀ, ਠੀਕ ਹੈ ਨਾ। ਇਸ ਕਰਕੇ ਕੁਐਸਚਨ ਨੂੰ ਪਹਿਲਾਂ ਪੜ੍ਹਨ ਦਾ ਫਾਇਦਾ ਹੁੰਦਾ ਹੈ, ਠੀਕ ਹੈ। ਕਈ ਵਾਰੀ ਸਪੋਜ਼ ਉਹ ਕਹਿ ਦਿੰਦੇ ਆ ਕਿ ਉੱਪਰ ਵਾਲੇ ਪੈਰੇ ਨੂੰ ਪੜ੍ਹ ਕੇ ਜੋ ਚ ਆਇਡੈਂਟੀਫਾਈ ਕੀਤਾ ਪੁਆਇੰਟ ਉਹਦੇ ਫੰਕਸ਼ਨ ਲਿਖੋ, ਠੀਕ ਹੈ ਨਾ। ਇਸ ਤਰ੍ਹਾਂ ਪੇਪਰ 'ਚ ਕੁਐਸਚਨ ਪੁੱਛੇ ਜਾਂਦੇ ਆ, ਠੀਕ ਹੈ ਨਾ। ਇਹਦਾ ਆਨਸਰ ਆਊਗਾ ਜਿਹੜਾ ਭੱਜ ਪੜ੍ਹ ਕੇ ਚੁੱਕਿਆ ਟੌਪਿਕ, ਕੰਜ਼ਿਊਮਰ ਆਰਗੇਨਾਈਜੇਸ਼ਨ ਐਂਡ ਇਟਸ ਫੰਕਸ਼ਨਸ, ਠੀਕ ਹੈ ਨਾ। ਉਹ ਵਾਲਾ ਜਿਹੜਾ ਟੌਪਿਕ ਹੈ ਪੂਰੇ ਦੇ ਪੂਰੇ ਚੈਪਟਰ ਦੇ ਵਿੱਚ ਉਹੀ ਸਿਰਫ ਕੀ ਹੈ, ਫੰਕਸ਼ਨਸ ਨੇ, ਹੋਰ ਕੋਈ ਫੰਕਸ਼ਨ ਹੀ ਹੈ ਨਹੀਂ। ਤਾਂ ਇਸ ਕਰਕੇ ਆਨਸਰ ਵਿਲ ਬੀ देयर ਫੰਕਸ਼ਨਸ ਆਫ NGOs, ਠੀਕ ਹੈ। ਕਲੀਅਰ ਹੈ ਸਾਰਿਆਂ ਨੂੰ। ਤਾਂ ਇਸ ਤਰੀਕੇ ਨਾਲ ਇਹ ਕੇਸ ਸਟੱਡੀਜ਼ ਨੇ। ਮੈਂ ਤੁਹਾਨੂੰ ਕੇਸ ਸਟੱਡੀ ਸੈਂਡ ਕਰੂੰਗਾ, ਤੁਸੀਂ ਉਹ ਕੇਸ ਸਟੱਡੀਜ਼ ਪ੍ਰੈਕਟਿਸ ਕਰਕੇ ਦੇਖਣੀ ਹੈ ਕਿ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਮੇਰੇ ਤੋਂ ਜ਼ਰੂਰ ਕੇਸ ਸਟੱਡੀਜ਼ ਦੇ ਡਾਊਟਸ ਪੁੱਛਣੇ ਹੈ, ਠੀਕ ਹੈ ਜੀ।